4 ਦੀ 28 तो कोई भी गल पढ़ने में मेरी मदद कर दे। प्रकाश की पोथी 4 पाठ होती 28 ਅਤੇ ਉਹ ਚਾਰੇ ਜੰਤੂ ਜਿਨ੍ਹਾਂ ਵਿੱਚੋਂ ਹਰੇਕ ਦੇ 6 ਖੰਭ ਹਨ, ਦੁਆਲਿਆਂ ਅਤੇ ਅੰਦਰ ਔਖੀਆਂ ਨਾਲ ਭਰੇ ਹੋਏ ਹਨ, ਅਤੇ ਉਹ ਰਾਤ ਦਿਨੇ ਕਹਿਣ ਤੋਂ ਸਾਹ ਨਹੀਂ ਲੈਂਦੇ, ਪਵਿੱਤਰ 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 ਹੈ ਪ੍ਰਭੂ ਖੁਦਾ ਸਰਵ ਸ਼ਕਤੀਮਾਨ, ਜਿਹੜਾ ਹੈ ਸੀ ਅਤੇ ਆਉਣ ਵਾਲਾ ਹੈ। दुआ कर रब यसु मसीह पढ़े गए वचन के द्वारा अज फिर एक बार सानू सारिਆਂ ਨੂੰ बरकत तेरा पवित्र आत्मा इन्हां वचनां ਨੂੰ लवे और प्रभु सानू समझावे। बिन पवित्र आत्मा तेरे वचनां ਨੂੰ समझना औखा है। असी तेरे पवित्र आत्मा की मंग करते हैं। जिस पवित्र आत्मा द्वारा लिखा गया वही पवित्र आत्मा सानू अज फिर समझावे। यसु मसीह दे नाम बैठ सकते हो। सारिਆਂ ਨੂੰ जय मसीह की। खुदा सबना ਨੂੰ बरकत देवे। सानू कुछ कारण अज दी ਜਿਹੜੀ ਛੋਟੀ ਸਭਾ ਰੱਖਣੀ ਸੀਗੀ ਅਸੀਂ ਬਖਸ਼ੀਵਾਲ ਵਿੱਚ ਸੀਗੀ, ਬਟ ਕੁਝ ਕਾਰਨਾਂ ਕਰਕੇ ਸਾਨੂੰ ਫਿਰ ਸਭਾ ਇੱਥੇ ਕਰਨੀ ਪਈ ਹੈ। ਮੈਂ ਭੈਣਾਂ ਅੱਗੇ ਤੇ ਭਰਾਵਾਂ ਦੇ ਅੱਗੇ ਵੀ ਬੇਨਤੀ ਕਰਾਂਗਾ ਕਿ ਜਦ ਵੀ ਤੁਸੀਂ ਅਸੀਂ ਛੋਟਾ ਜਿਹਾ ਝੁੰਡ ਹਾਂ, ਤਕਰੀਬਨ ਜਿੰਨੇ ਕੁ ਇਕੱਠੇ ਹੋਣ ਦੀ ਇਜਾਜ਼ਤ ਹੈ, ਜਾਣੀ ਕਿ ਅਸੀਂ ਉਨੇ ਕੁ ਲੋਕ ਇੱਥੇ ਇਕੱਠੇ ਹੁੰਦੇ ਹਾਂ। दूरी बना के बैठना ऐटोमैटिकली तुसी अरेंजमेंट करो कि तकरीबन एक दूसरे तो दूरी पा के थोड़ा बैठा जाए, क्योंकि जोड़े कायदे कानून ने उन्होंने पूरा किया जाए। सहमत हो मेरे नाल? yes. ठीक है। वो बाहर भी भावें थले कुछ विछाउण दे लई दरियां हन लै आवांगे, पिछे भी थले बैठा जाए और थोड़ी दूरी बना के जड़े आ वो बैठा जाए। एक वो छिड़काऊ जड़ी बोतल है वो भी लियांदी जाए ताकि वो भी रखी जाए, और जड़े मास्क हैं वो तुहाडे हर एक दे कोल होने चाहिए। एग्री हो? yes. इसलिए क्योंकि असी ਜਿਹੜੇ ਕਾਨੂੰਨ ਨੇ ਉਹਨਾਂ ਕਾਨੂੰਨਾਂ ਦੇ ਦਾਇਰੇ ਦੇ ਅੰਦਰ ਜਿੱਥੋਂ ਤੱਕ ਅਸੀਂ ਕਰ ਸਕਦੇ ਹਾਂ, ਉਹਨਾਂ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਅਸੀਂ ਇਬਾਦਤ ਜਿਹੜੀ ਹੈ ਉਹ ਕਰ ਸਕੀਏ ਤੇ ਖੁਦਾ ਦੇ ਵਚਨ ਨੂੰ ਸੁਣ ਸਕੀਏ। ਆਉਣ ਵਾਲੇ ਅਗਲੇ ਐਤਵਾਰ ਹਰ ਇੱਕ ਦੇ ਕੋਲੋਂ ਮਾਸਕ ਹੋਣ, ਔਰ ਮੁੱਲ ਨਹੀਂ ਲੈਣੇ। ਤੁਸੀਂ ਘਰ ਬਣਾ ਸਕਦੇ ਹੋ, ਕਿਸੇ ਕੋਲੋਂ ਬਣਵਾ ਸਕਦੇ ਹੋ, ਜਾਂ ਫਿਰ ਤੁਸੀਂ ਮੁੱਲ ਲੈ ਸਕਦੇ ਹੋ, ਜਾਂ ਫਿਰ ਇੱਕ ਦੂਸਰੇ ਦੀ ਜਿਹੜੇ ਸ਼ਹਿਰ ਦੇ ਆਸੇ ਪਾਸੇ ਕੋਈ ਜਾਂਦੇ ਨੇ ਤੁਸੀਂ ਉਹਨਾਂ ਦੀ ਸਹਾਇਤਾ ਲੈ ਸਕਦੇ ਹੋ ਕਿ ਮਾਸਕ ਜਿਹੜੇ ਨੇ ਤੁਸੀਂ ਲੈ ਸਕਦੇ ਹੋ। ਮਾਸਕ ਲੈਣੇ ਔਰ ਥੋੜੀ ਦੂਰੀ ਬਣਾ ਕੇ ਬੈਠਣਾ। ਐਗਰੀ ਹੋ? ਯੈਸ। ਹਾਲੇਲੂਇਆ। ਤੇ ਪ੍ਰਭੂ ਤੁਹਾਨੂੰ ਬਰਕਤ ਦੇਵੇ। ਉਸ ਤੋਂ ਬਾਅਦ ਵਿੱਚ ਇੱਕ ਹੋਰ ਕੁਝ ਚੀਜ਼ਾਂ ਹਨ ਜਿਹੜੀਆਂ ਮੈਂ ਦੱਸਣੀਆਂ ਚਾਹਾਂਗਾ। ਦੇਖੋ ਇਸ ਸਮੇਂ ਦੇ ਵਿੱਚ ਇਹ ਜਿਹੜੀ ਮਹਾਮਾਰੀ कोरोना काफ़ी फैलिया होया है, और असी मसीह लोग हाँ और असी अंदरों एक दूसरे ने मिलते हैं। आमीन। हाथ नहीं मिलाने। अज तो बाद कुछ कायदे कानून असी लागू करांगे चर्च दे। अजिहा ना होवे कि खुदा ना करे किसी नूं प्रॉब्लम अजिही बाहरों किसी तो हो जाए ते चर्च के उत्ते अटैक ना आए। एग्री हो? yes. वैसे तो इतिहास करते हैं कि खुदा सानू बचाएगा और खुदा सानू बचा के रखेगा, yes. क्योंकि हमेशा ही चर्च के विच 3 तरह के विश्वासी होंदे हैं। तो एक दूसरे नाल जे कोई हाथ नहीं मिलाना चाहता तो कोई इतराज़ ना करे। हाँ जी, yes. जे कोई एक दूसरे नाल हाथ नहीं मिलाना चाहता तो कोई इतराज़ ना करे। और मेरा ख्याल है कि असी ना मिलाइए तो कोई प्रॉब्लम नहीं है, हाथ मिलाया तो कोई ज़्यादा नहीं,
ਹੱਥ ਮਿਲਾਏ ਦਾ ਹੁੰਦਾ ਹੈ ਕਿ ਅਸੀਂ ਮਿਲਦੇ ਰਹਿਣਾ ਆ, ਤੇ ਕਈ ਹੱਥ ਤੇ ਇੱਕ ਵਾਰੀ ਮਿਲਾ ਲੈਂਦੇ ਨੇ ਤੇ ਬਾਅਦ ਵਿੱਚ ਮਿਲਦੇ ਨਹੀਂ, ਤੇ ਕਈ ਹੱਥ ਮਿਲਾਉਂਦੇ ਨੇ ਤਾਂ ਅੰਦਰ ਗੁੱਸਾ, ਤੇ ਵੈਸੇ ਲੋਕ ਵਿਖਾਵਾ ਹੱਥ ਮਿਲਾ ਲੈਂਦੇ। ਸਮਝਾ ਰਹੀ ਹੈ? ਔਰ ਇਸ ਕਰਕੇ ਹਰ ਇੱਕ ਦੇ ਕੋਲੋਂ ਮਾਸਕ ਹੋਣਗੇ, ਔਰ ਦੂਸਰਾ ਥੋੜਾ ਫਰਕ ਨਾਲ ਬੈਠਿਆ ਜਾਏਗਾ, ਔਰ ਤੀਸਰਾ ਛਿੜਕਾਊ ਬੋਤਲ ਲਿਆਂਦੀ ਜਾਏ, ਔਰ ਜਿਹੜਾ ਹੈ ਹੱਥ ਨਹੀਂ ਮਿਲਾਏ ਜਾਣਗੇ, ਔਰ ਇੱਕ ਦੂਸਰੇ ਨੂੰ ਮਿਲਿਆ ਨਹੀਂ ਜਾਏਗਾ। ਹੱਥ ਜੋੜ ਕੇ ਇੱਕ ਦੂਸਰੇ ਨੂੰ ਤੁਸੀਂ ਗੋਡ ਬਲੈਸ ਯੂ, ਜੈ ਮਸੀਹ ਦੀ ਸਲਾਮ ਕਹਿ ਸਕਦੇ। ਮੈਂ ਆਸ ਕਰਦਾ ਕਿ ਤੁਸੀਂ ਮੇਰੇ ਨਾਲ ਸਹਿਮਤ ਹੋ। ਹਾਲੇਲੂਇਆ। ਮੈਨੂੰ ਕਿਸੇ ਨਾਲ ਗੈਰਤ ਨਹੀਂ ਹੈ, ਨਾ ਮੈਨੂੰ ਇੱਦਾਂ ਦਾ ਕੋਈ ਸ਼ੱਕ ਹੈ ਕਿ ਸਾਡੇ ਵਿੱਚ ਕੋਈ ਇੱਦਾਂ ਦਾ ਭੈਣ ਭਰਾ ਹੈ। ਸਾਡੇ ਵਿੱਚ ਇੱਦਾਂ ਦਾ ਕੋਈ ਭੈਣ ਭਰਾ ਨਹੀਂ ਹੈ, ਕਿਉਂਕਿ ਅਸੀਂ ਲੋਕਲ ਆਪਣੇ ਘਰਾਂ ਦੇ ਵਿੱਚ ਤੇ ਆਪਣੇ ਨਗਰ ਵਿੱਚ ਰਹਿਣ ਵਾਲੇ ਹਾਂ। ਅਸੀਂ ਦੂਸਰੇ ਦੇਸ਼ਾਂ ਵਿਦੇਸ਼ਾਂ ਜਾਂ ਫਿਰ ਦੂਸਰੇ ਸ਼ਹਿਰਾਂ ਦੇ ਵਿੱਚ ਇੱਦਾਂ ਘੁੰਮਣ ਵਾਲੇ ਨਹੀਂ ਹਾਂ ਵੀ ਜਿਹੜੇ ਅਸੀਂ ਇੱਕ ਦੂਸਰੇ ਦੇ ਕੋਲੋਂ ਅਜਿਹਾ ਦੇ ਕੋਲੋਂ ਇਹ ਚੀਜ਼ ਨੂੰ ਲੈ ਆਈਏ। ਬਟ ਫਿਰ ਵੀ ਜੋ ਕਾਨੂੰਨ ਹੈ ਅਸੀਂ ਉਸ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਸਕੀਏ। ਮੈਂ ਆਸ ਕਰਦਾ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ। ਆਓ ਅਸੀਂ ਖੁਦਾ ਦੇ ਵਚਨ ਦੇ ਵੱਲ ਚੱਲਦੇ ਹਾਂ, ਔਰ ਇੱਕ ਵਾਰ ਫਿਰ ਇਸ ਹਵਾਲੇ ਨੂੰ पढ़ लिया जाए। और चारों प्राणियों के 6-6 पंख हैं, और चारों और भीतर आंखें ही आंखें हैं, चारों के और भीतर आंखें ही आंखें हैं, और वह रात दिन बिना विराम शाम लिए ये कहते हैं, पवित्र 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 प्रभु खुदा सर्वशक्तिमान, जो था, जो है और जो आने वाला है। जो था, जो है और जो आने वाला है। जो आने वाला है। मैं इस उत्ते अज थोड़ी स्टडी भैन भरावां नूं देनी चाहुंदा है। गौर नाल सुनो। जो था पंजाबी च की है? जो सी पहले, जो था पहले, अगला जो है, जो है प्रेजेंट टाइम, जो आने वाला है। ये तीन चीज़ां हैं। ये यसु मसीह दियां तीन सेवकाइयां हैं। जो था, प्रकाश की पोथी लिखने वाला कौन है? यूहन्ना। ते जद यूहन्ना लिख रहा आ प्रकाश की पोथी नूं, तो यसु मसीह के बारे विच की लिख रहा? जो था, जो है। अच्छा मैनू दस्यो कि जदों यूहन्ना प्रकाश की पोथी लिख रहा उस समय दे विच यसु मसीह कित्थे सी? उस समय प्रभु यसु मसीह कित्थे सी? धरती उत्ते सी जां स्वर्ग विच सी? जदों यूहन्ना प्रकाश की पोथी लिखण वाला प्रकाश की पोथी लिख रहा आ, उस समय दे विच प्रभु यसु मसीह धरती उत्ते सी जां स्वर्ग विच सी? स्वर्ग विच सी। आमीन। तो जदों धरती उत्ते सी उदों की लिख रहा? जो था। अच्छा, जो है। जदों स्वर्ग विच सी उदों जो है। ध्यान नाल सुनियो। ते जो आउण वाला। ठीक है। हुण पिछले समय दे विच असीं थोड़ा विचार कीता सी, प्रभु यसु मसीह तीन पुत्रां दे नाम नाल आया। किहड़े किहड़े नाम नाल भाई? थोड़ी आवाज तो होवे, सुनने वालियां नूं पता तो लगे। हाँ जी, कोई होर जना बोल देवे। मनुख दा पुत्र, दाऊद दा पुत्र। ब्रेकां ही बड़ियां लगियां। मनुख दा पुत्र, खुदा दा पुत्र, दाऊद दा पुत्र। 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 दाऊद
दाऊद का पुत्र।
ਅੱਛਾ, ਇਹਨਾਂ ਪਹਿਲਾ ਸਟੈਪ ਕੀ ਹੈ? ਮਨੁੱਖ ਦੇ ਪੁੱਤਰ ਦੀ ਸੇਵਕਾਈ। ਦੂਸਰੀ, ਖੁਦਾ ਦੇ ਪੁੱਤਰ ਦੀ ਸੇਵਕਾਈ। ਤੀਸਰੀ, ਦਾਊਦ ਦੇ ਪੁੱਤਰ ਦੀ ਸੇਵਕਾਈ। ਗੋਡ ਬਲੈਸ ਯੂ, ਪ੍ਰਭੂ ਪਦ ਬਰਕਤ ਦੇ। ਠੀਕ ਹੈ, ਹੁਣ ਪਹਿਲੀ ਸੇਵਕਾਈ ਕਿਹੜੀ ਹੋਈ? ਮਨੁੱਖ ਦੇ ਪੁੱਤਰ ਦੀ ਸੇਵਕਾਈ। ਅੱਛਾ, ਧਿਆਨ ਦਿਓ, ਦੂਸਰੀ ਸੇਵਕਾਈ ਖੁਦਾ ਦੇ ਪੁੱਤਰ ਦੀ ਸੇਵਕਾਈ। ਅੱਗੇ ਫਿਰ ਕਿਹੜੀ ਆਵੇਗੀ? ਨਹੀਂ, ਫਿਰ ਮਨੁੱਖ ਦੇ ਪੁੱਤਰ ਦੀ ਸੇਵਕਾਈ। ਹਾਲੇਲੂਇਆ। ਆਓ ਬਾਈਬਲ ਦੇ ਵਿੱਚੋਂ ਅਸੀਂ ਦੇਖਦੇ ਯਿਸੂ ਮਸੀਹ ਦੀ ਪਹਿਲੀ ਸੇਵਕਾਈ। ਮੱਤੀ ਦੀ ਅੰਜੀਲ 16 ਪਾਠੋ ਦੀ 13 ਆਇਤ ਕੋਈ ਵੀ ਜਣ ਪੜ੍ਹ ਦਿਓ। ਮਿਲੇ ਕਿਰਪਾ ਜਲਦੀ, ਜਿਹਨੂੰ ਵੀ ਮਿਲੇ ਪੜ੍ਹਨ ਵਿੱਚ ਮਦਦ ਕਰ ਦਿਓ। ਮੱਤੀ 16:13। ਯਿਸੂ ਨੇ ਕੈਸਰੀਆ ਫਿਲਿੱਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ, ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ? ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ ਕਿ ਮੈਂ? ਆਪਣੇ ਆਪ ਨੂੰ ਕੀ ਸਾਬਤ ਕਰ ਰਿਹਾ ਪ੍ਰਭੂ ਯਿਸੂ ਮਸੀਹ? ਕਿਹਦਾ ਪੁੱਤਰ ਸਾਬਤ ਕਰ ਰਿਹਾ? ਮਨੁੱਖ ਦਾ ਪੁੱਤਰ। ਆਮੀਨ ਆ। ਮੱਤੀ 21:15। ਅਰਜਾ ਪ੍ਰਧਾਨ ਜਾਜਕਾਂ ਤੇ ਗ੍ਰੰਥੀਆਂ ਨੇ ਉਹਨਾਂ ਅਚਰਜ ਕੰਮਾਂ ਨੂੰ ਜਿਹੜੇ ਉਸਨੇ ਕੀਤੇ ਅਰ ਬਾਲਕਾਂ ਨੂੰ ਹੈਕਲ ਵਿੱਚ ਉੱਚੀ ਆਵਾਜ਼ ਨਾਲ ਬੋਲਦੇ ਅਤੇ ਦਾਊਦ ਦੇ ਪੁੱਤਰ ਨੂੰ ਹੋਸਨਾ ਆਖਦੇ ਵੇਖਿਆ। ਹਾਲੇਲੂਇਆ। ਕਿਹਦੇ ਪੁੱਤਰ ਨੂੰ? ਦਾਊਦ ਦੇ ਪੁੱਤਰ ਨੂੰ ਹੋਸਨਾ। ਕਿਹੜੇ ਪੁੱਤਰ ਨਾਲ ਪੁਕਾਰਿਆ ਗਿਆ ਇੱਥੇ ਬਈ? ਦਾਊਦ ਦੇ ਪੁੱਤਰ ਦੇ ਨਾਮ ਪੁਕਾਰਿਆ। ਲੂਕਾ 1 ਪਾਠ 34-35। ਨੋਟ ਕਰਨ ਵਾਲੇ ਨੋਟ ਕਰ ਸਕਦੇ ਹੋ। ਤਦ ਮਰੀਅਮ ਨੇ ਦੂਤ ਨੂੰ ਆਖਿਆ, ਇਹ ਕਿੱਧਰ ਹੋਵੇਗਾ ਜਦ ਮੈਂ ਪੁਰਸ਼ ਨੂੰ ਨਹੀਂ ਜਾਣਦੀ? ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ। ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਖੁਦਾ ਦਾ ਪੁੱਤਰ ਕਹਾਵੇਗਾ। ਹਾਲੇਲੂਇਆ। ਉਹ ਖੁਦਾ ਦਾ ਪੁੱਤਰ ਕਹਾਵੇਗਾ। ਕਹਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਹਾਵੇਗਾ। ਕਿੰਨੇ ਹੋ ਗਈਆਂ? ਖੁਦਾ ਦੇ ਪੁੱਤਰ ਦੀ ਸੇਵਕਾਈ ਇੱਕ ਵਾਰ ਆ, ਪਰ ਦਾਊਦ ਦੇ ਪੁੱਤਰ ਦੀ ਸੇਵਕਾਈ ਇੱਕ ਵਾਰ ਆ, ਔਰ ਮਨੁੱਖ ਦੇ ਪੁੱਤਰ ਦੀ ਸੇਵਕਾਈ 2 ਵਾਰ। ਜਦ ਪ੍ਰਭੂ ਯਿਸੂ ਮਸੀਹ ਧਰਤੀ ਉੱਤੇ ਸਨ, ਆਪਣੇ ਆਪ ਨੂੰ ਉਹਨਾਂ ਨੇ ਦਾਊਦ ਦੇ ਪੁੱਤਰ ਨਾਲ ਨਹੀਂ ਬਿਆਨ ਕੀਤਾ ਹੈ। ਪ੍ਰਭੂ ਯਿਸੂ ਮਸੀਹ ਨੇ ਉਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਖੁਦਾ ਦੇ ਪੁੱਤਰ ਦੇ ਰੂਪ ਵਿੱਚ ਸਾਬਤ ਨਹੀਂ ਕੀਤਾ ਹੈ। ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਨੇ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਸਾਬਤ ਕੀਤਾ। ਆਮੀਨ। ਹੁਣ ਜਦ ਪ੍ਰਭੂ ਯਿਸੂ ਮਸੀਹ ਮਨੁੱਖ ਦੇ ਪੁੱਤਰ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਲੋਕਾਂ ਉੱਤੇ ਪ੍ਰਗਟ ਕਰ ਰਿਹਾ ਹੈ ਤੇ ਫਿਰ ਮਨੁੱਖ ਦੇ ਪੁੱਤਰ ਦੇ ਆਉਣ ਦੇ ਬਾਰੇ ਵਿੱਚ ਗੱਲ ਕਰ ਰਿਹਾ ਹੈ। ਪੜ੍ਹੀਏ ਲੂਕਾ 17:30। ਛੋੜ ਵਿੱਚ ਜਾ ਰਹੇ ਹਾਂ। ਜਦੋਂ ਨੂਹ ਦੇ ਦਿਨਾਂ ਵਰਗੇ ਦਿਨ ਹੋ ਜਾਣਗੇ, ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। ਜਦ ਸਦੋਮ ਅਮੋਰਾ ਦੇ ਦਿਨਾਂ ਦੇ ਵਰਗੇ ਦਿਨ ਆ ਜਾਣਗੇ, ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। 17:30। ਇਸੇ ਤਰ੍ਹਾਂ ਉਸ ਦਿਨ ਵੀ ਹੋਵੇਗਾ। ਇਸੇ ਤਰ੍ਹਾਂ ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। ਜਾਂ ਮਨੁੱਖ ਦਾ ਪੁੱਤਰ, ਖੁਦਾ ਦਾ ਪੁੱਤਰ, ਦਾਊਦ ਦਾ ਪੁੱਤਰ, ਮਨੁੱਖ ਦਾ ਪੁੱਤਰ ਫਿਰ ਕਹਿੰਦਾ ਪ੍ਰਗਟ ਹੋਵੇਗਾ। ਧਿਆਨ ਨਾਲ ਸੁਣਿਓ। ਮੈਂ ਨਾਲ ਨਾਲ ਤੁਹਾਨੂੰ ਇਸ ਸਮੇਂ ਦਾ ਸੰਦੇਸ਼ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਲੈ ਕੇ ਆ ਰਿਹਾ ਕਿ ਦਰਅਸਲ ਅਸੀਂ ਹਾਂ ਕਿਹੜੇ ਸਮੇਂ ਦੇ ਵਿੱਚ।
मैं किसी भरा की रिकॉर्डिंग सुनी, वो कहते अज समा मिशना जथेबंदियां का प्रचार करन दा नहीं है। अज दुल्हन नूं खुराक किहड़ी चाहिदी है? मुबारक हो तुसी, दुल्हन नूं दुल्हन की खुराक मिल रही है। हालेलुया। कि दुल्हन पहचाने कि असी हाँ किस स्टेज से, असी हाँ किहड़े समय दे विच। लूका 12:40 इस तरह उस दिन भी होवेगा जहां मनुख दा पुत्र प्रगट होवेगा। मनुख दे पुत्र दे प्रगट होने की भविष्यवाणी प्रभु यीशु मसीह ने की। मनुख दा पुत्र प्रगट होया, मनुख दा पुत्र मनुख दे पुत्र दे प्रगट होने के बारे में प्रचार कर रहा। किहड़े समय बारे प्रचार कर रहा? अज जिहड़े समय दे विच अज असीं रह रहे हैं। हालेलुया। हाँ जी, मिलिया तो पढ़ दईए। ਤੁਸੀਂ ਵੀ ਤਿਆਰ ਰਹੋ, तुसी भी तैयार रहो, ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ, जिस घड़ी तुहानूं चिन्ह चेता ना होवे, ਉਸੇ ਘੜੀ ਮਨੁੱਖ ਦਾ ਪੁੱਤਰ ਆ ਜਾਵੇਗਾ। उसे घड़ी मनुख दा पुत्र आ जाएगा। जिस घड़ी तुहानूं कोई चिन्ह चेता नहीं होवेगा। मेरे नाल हो, समझ रहे हो? हालेलुया। मनुख दा पुत्र फिर आवेगा, मनुख दा पुत्र फिर प्रगट होवेगा। मत्ती 24:44 इस तो अगे मैं एक खास आयत पढ़ानी चाहता हाँ। लूका 18:8 मत्ती 24:44 पढ़ दईए। ਇਸ ਲਈ ਤੁਸੀਂ ਵੀ ਤਿਆਰ ਰਹੋ, इस लई तुसी भी तैयार रहो, ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ जिस ਹੋਵੇ, घड़ी तुहानूं चिन्ह चेता ना होवेगा। ਉਸੇ ਘੜੀ ਮਨੁੱਖ ਦਾ ਪੁੱਤਰ ਆ ਜਾਵੇਗਾ। प्रभु यीशु मसीह मनुख के पुत्र के आउण के बारे में गल्लां कर रहे हैं ते दस रहे हैं। हालेलुया। ਹਾਲੇਲੂਇਆ। फासला किन्ना सीगा? मनुख दा पुत्र ते प्रगट होया सीगा, उस तो बाद खुदा दा पुत्र प्रगट होना सीगा। खुदा दे पुत्र प्रगट होने तो बाद फिर मनुख दा पुत्र प्रगट होना सीगा। यीशु मसीह खुदा दे पुत्र दे प्रगट होने के बारे में उन्होंने गायब पा के उस मनुख दे पुत्र की सेवकाई नूं प्रगट की। क्यों? क्योंकि मनुख दे पुत्र की सेवकाई महान सेवकाई है, मेन सेवकाई है। ये सेवकाई मुर्दियां दे विचों जी उठाउण वाली सेवकाई है। हालेलुया। मनुख दे पुत्र की सेवकाई कियामत नाल संबंध रखती है। अच्छा, जदों पहली सेवकाई मनुख दे पुत्र की हुई, की कियामत हुई? की कियामत हुई? बाइबल च लिखिया है, जद प्रभु यीशु मसीह सलीब ते चढ़िया और अपने प्राण छड्डण दे समय पवित्र बाइबल च लिखिया कबरां खुल गईयां, धरती कंबी ते कबरां खुल ते गईयां, बथेरे संतां दियां। लाचों बाहर आई। तो की सी? कियामत। हालेलुया। हालेलुया। कियामत हुई कि इस समय रैप्चर होया। प्रभु यीशु मसीह जिउंदा देह विच सी, ਉਹ ਸਰੀਰ बदल गया ते उठाया गया। ਉਹ ਕੱਲਾ ਹੀ ਨਹੀਂ ਉਠਾਇਆ ਗਿਆ, ਨਾਲ ਸੰਤ ਜਨ ਜਿਹੜੇ ਕਬਰਾਂ ਵਿੱਚ ਸੀਗੇ ਉਹ ਵੀ ਜੀ ਉੱਠੇ, ਉਹ ਵੀ ਅਸਮਾਨ ਤੇ ਰੈਪਚਰ ਸੀ। ਜਿਉਂਦੇ ਤੇ ਮਰਿਆਂ ਦਾ ਰੈਪਚਰ। जी मेरी भैनों मेरे भराओ, ਇਹਦਾ ਮਤਲਬ ਰੈਪਚਰ ਤੇ ਕਿਆਮਤ ਕਿਹਦੇ ਨਾਲ ਜੁੜੀ ਹੋਈ ਹੈ? ਕਿਹੜੀ ਸੇਵਕਾਈ ਦੇ ਨਾਲ? ਮਨੁੱਖ ਦੇ ਪੁੱਤਰ ਦੀ ਸੇਵਕਾਈ ਦੇ। गौर नाल सुनियो, कोई चीज मिस ना हो जाए। गौर करियो,
लूका 18:8। पढ़ दियो जिन्हों मिले। लूका 18। मैं थानू आखदा हाँ जो ਉਹ ਸ਼ਤਾਬੀ ਉਹਨਾਂ ਦਾ बदला ले देवेगा। ਲੈ ਦੇਵੇਗਾ हम्म। ਪਰ ਜਦ ਮਨੁੱਖ ਦਾ ਪੁੱਤਰ ਆਵੇਗਾ थोड़ा उच्ची पढ़ दईए। ਪਰ ਜਦ ਮਨੁੱਖ ਦਾ ਪੁੱਤਰ ਆਵੇਗਾ पर जद मनुख दा पुत्र आवेगा ਤਦ ਕੀ ਉਹ ਧਰਤੀ ਉੱਤੇ ਨਿਹਚਾ तद की ओ धरती उत्ते निहचा पावेगा। गौर करियो, मनुख दा पुत्र धरती उत्ते है। मनुख दा पुत्र धरती उत्ते रह के प्रचार कर रहा। मनुख दा पुत्र नू क्यों ये गल कहनी पई कि मनुख दा पुत्र जब धरती उत्ते फेर आएगा कि धरती उत्ते निहचा पावेगा, कि धरती दे लोग ओदे उत्ते निहचा करनगे, कि धरती दे लोग ओदे उत्ते विश्वास करनगे, कि धरती दे लोग फिर उस मनुख दे पुत्र दा मांस ते लहू पीणगे। जे प्यारियो पहली आमद समय मनुख दा पुत्र धरती उत्ते आया, उन्हें अपना मांस ते अपना लहू पेट कीता है कि फिर जादो दूसरी बार धरती उत्ते आवेगा कि अपना मांस ते अपना लहू देवेगा। मैं ओदी कुर्बानी दी गल नहीं कर रहा, क्योंकि उन्हें दोबारे कुर्बान नहीं होना। जी मेरी भैनों मेरे भराओ, इत्थे ही तां थोड़ी जी मिस्टेक हो गई सी जद मूसा दे अगे ओ मनुख दा पुत्र खुदा मसीह चट्टान बन के खड़िया ते खुदा ने आख्या चट्टान नू मारी, चट्टान तेरे लिए पानी कड्डेगी। पानी कड्डेगी मतलब जीवन। जे चट्टान नू मारेगा ओदे विचों जीवन निकलेगा। मसीह दा मरना ओदे विचों जीवन निकलना सी। आमीन, हालेलुया। चट्टान नू मारना और चट्टान दे विचों जीवन निकलना, पानी निकलना। जद फिर कदे पानी दी जीवन दी घाट होई, फिर खुदा ने आख्या चट्टान नू जाके बोली ते चट्टान तेरे लिए पानी कड्डूगी, जीवन निकलूगा। मेरियो भैनों मेरे भराओ, जद फिर मूसा गया, उन्हें मूसा ने चट्टान नू मारिया। मसीह दा 2 बार मरना नहीं सी। इसे लई मूसा ने चट्टान नू मारिया। खुदा ने आख्या मूसा हुण तू कनान विच नहीं जा पाएगा। इत्थे चट्टान दे उत्ते उथों जगह नू कनान नू वेख लिया। क्यों? उन्हें मसीह नू 2 बार। जी मेरी भैनों मेरे, आई वेरी सॉरी मोजेस। मूसा सुन रहा। हालेलुया, हालेलुया, हालेलुया। हालेलुया। मेरियो भैनों मेरे भराओ, वो चट्टान नू एक बारी मारन दा वचन सी। मसीह दा एक बारी मरना सी। इसलिए मांस की है ते लहू की है। यीशु मसीह ने आख्या जड़ियां मैं गल्लां बोलदा हाँ ये आत्मा ते जीवन ने, ये मांस ते लहू है। जद फिर मनुख दा पुत्र धरती उत्ते प्रगट होवेगा ते की ओदे बोले होए वचन आत्मा ते जीवन नहीं होणगे। केड़ा पोर्शन खा रहे हो तुसी? केड़ी सेवकाई दे विच हो? कि तुसी मनुख दे पुत्र दी सेवकाई विच हो कि तुसी खुदा दे पुत्र दी सेवकाई दे विच हो जां तुसी मनुख दे पुत्र दी सेवकाई दे विच हो? सेवकाई नू पहचानो।
ना पहचान पाए यीशु मसीह की पहली आमद के समय लोग ना पहचान पाए पहली आमद के समय। कुछ लोग ओनू खुदा दा पुत्र समझते रहे, कुछ लोग ओनू दाऊद दा पुत्र समझते रहे, कुछ लोग ओनू मनुख दा पुत्र समझते रहे। जी मेरी भैनों मेरे भराओ, आज दी सेवकाई नू पहचानो। फेल हो गए लोग पहचानण दे विच। इसलिए प्रभु यीशु मसीह ने वचन बोलना पिया, जा मनुख दा पुत्र धरती उत्ते फिर प्रगट होवेगा कि वो धरती उत्ते निहचा पावेगा। जा फिर लोग पहचानण तो खुज जाणगे। नबी आ गया, नबी आ गया, बड़ा रौला पै गया। एलिया आ गया, एलिया आ गया, बहुत रौला पै गया। ओ प्यारियो, ओ मसीह धरती उत्ते आ गया, बड़ा रौला पै गया। 28 फरवरी 1963 लिख दो कागजां उत्ते, लिख दो पेपरां उत्ते, लिख दो मोबाइलां दे विच, लिख दो मोटरसाइकलां दे उत्ते। पर सेवकाई नू पहचानना ये अलग बात है। हालेलुया। जी माय डियर सिस्टर एंड ब्रदर, यीशु मसीह नू क्यों ये गल कहनी पई? एक बार फिर इस वचन नू पढ़ दे। 18:8 बहुत गंभीरता इस नाल इस वचन दे उत्ते विचार करें। मैं ਤੁਹਾਨੂੰ ਆਖਦਾ ਹਾਂ, मैं ਤੁਹਾਨੂੰ आखदा हां, ਜੋ ਉਹ ਸ਼ਤਾਬੀ ਉਹ ਸਤਾਬੀ ਉਹਨਾਂ ਦਾ ਬਦਲਾ ਦੇਵੇਗਾ, ਉਹਨਾਂ ਦਾ ਬਦਲਾ ਲੈ ਦੇਵੇਗਾ। ਪਰ ਜਦ ਮਨੁੱਖ ਦਾ ਪੁੱਤਰ ਆਵੇਗਾ, पर यीशु मसीह सब्जेक्ट ही चेंज कर गया है। कोई औरत बदला लैन की गल कर रही है, मेरा बदला ले लिया जाए। प्रभु यीशु मसीह दे बदले लैन की गल करते करते यीशु मसीह ने सब्जेक्ट चेंज कर दिता। जा हो आवेगा ते उन्हां दा बदला ले देवेगा, पर जिन्हें बदला लेना है जद वो धरती उत्ते आवेगा। जिन्हें बदला लेना है जद वो धरती उत्ते आवेगा कि धरती उत्ते नेचा पावेगा, कि ਉਹਦੇ ਉੱਤੇ ਨਿਹਚਾ लोग करनगे। मेरियो भैनों मेरे भराओ, पहली आमद दे समय मसीह आवेगा। पुराने नेम दे विच दर्ज किया गया, खुदा कहंदा मैं खुद आवांगा, अपनियां भेडां नूं लभ लवांगा, अपनियां भेडां नूं चारांगा। वो धरती उत्ते मनुख बन के आया, उन्हें भेडां नूं चारिया, भेडां दी परवरिश कीती। हालेलुया, हालेलुया, आमीन। वो मनुख दा पुत्र बन के धरती उत्ते आया, पर लोगां ने उन्होंने ਜਿਹੜੇ ਕਹਿੰਦੇ ਸੀ ਉਹਨੇ ਆਉਣਾ ਆ, ਜਿਹੜੇ ਉਹਦੀ ਉਡੀਕ ਵਿੱਚ ਸੀ, ਉਹੀ ਉਹਨੂੰ ਪਹਿਚਾਨ ਨਾ ਸਕੇ, ਉਹੀ ਨਾ ਪਹਿਚਾਨ ਸਕੇ। ਜੀ ਮੇਰੀ ਉਹ ਭੈਣੋ ਮੇਰੇ ਭਰਾਓ, ਮਨੁੱਖ ਦੇ ਪੁੱਤਰ ਦੇ ਬੋਲੇ ਹੋਏ ਸ਼ਬਦਾਂ ਦਾ ਉਲੰਘਣ ਮਤ। ਉਹ ਬੋਲਦਾ ਹੈ, ਬਾਈਬਲ 'ਚ ਲਿਖਿਆ ਹੈ, खुदा दे आत्मा नूं निराश ना कर। हालेलुया, हालेलुया। मनुख दे पुत्र दे वचनां विच जीवन जी, मनुख दे पुत्र दे बोले हुए वचन की ने पई एक मास। आमीन, हालेलुया, हालेलुया। मनुख दे पुत्र दे बोले हुए वचन की ने पई। यीशु मसीह ने आख्या मास तो कुछ लाभ नहीं, ਜਿਹੜੀਆਂ ਗੱਲਾਂ ਮੈਂ ਬੋਲਦਾ ਹਾਂ, ਮਤਲਬ ਉਹੀ ਮਾਸ ਹੈ। ਤੇ ਮਾਸ ਨਾਲ ਕੀ ਹੁੰਦਾ ਹੈ? ਲਹੂ। ਮਾਸ ਨਾਲ ਕੀ ਹੁੰਦਾ ਹੈ? ਲਹੂ। ਨਹੀਂ ਪਤਾ ਤੇ ਆਪਣਾ ਮਾਸ ਥੋੜਾ ਜਿਹਾ ਵੱਟ ਕੇ ਦੇਖ ਲਓ, ਕੀ ਨਿਕਲੂਗਾ ਨਾਲ? ਲਹੂ। ਲਹੂ, ਲਹੂ ਵਿੱਚ ਕੀ ਹੈ? ਜੀਵਨ। ਜੀਵਨ ਕੀ ਹੈ? ਆਤਮਾ। ਜੀਵਨ ਆਤਮਾ ਕਿਹਦੇ ਵਿੱਚ ਹੁੰਦਾ ਹੈ? लहू दे विच।
ਹਾਲੇਲੂਇਆ। ਮਾਸ ਜਦੋਂ ਟੁੱਟੇਗਾ ਲਹੂ ਦੇ ਨਾਲ ਆਤਮਾ। ਪਿਆਰਿਓ, ਜਦੋਂ ਵਚਨ ਬੋਲੇ ਜਾਂਦੇ ਨੇ ਇਹ ਮਾਸ ਟੁੱਟਦਾ ਹੈ, ਮਾਸ ਦੇ ਨਾਲ ਹੀ ਆਤਮਾ ਰਿਲੀਜ਼ ਹੈ। ਆਮੀਨ। ਉਹ ਜਿਹੜਾ ਪ੍ਰਭੂ ਭੋਜ ਹੈ ਮਾਸ ਤੇ ਉਹ ਦਾਖਰਸ, ਇਹ ਅਸਲ ਨਹੀਂ ਹੈ। ਅਸਲ ਹੁਣ ਤੁਸੀਂ ਲੈ ਰਹੇ। ਆਮੀਨ। ਜਾਂ ਮਨੁੱਖ ਦਾ ਪੁੱਤਰ ਧਰਤੀ ਉੱਤੇ ਆਵੇਗਾ, ਕੀ ਧਰਤੀ ਉੱਤੇ ਨਿਹਚਾ ਪਾਵੇਗਾ? ਕਿ ਲੋਕ ਉਹਦੇ ਉੱਤੇ ਨਿਹਚਾ ਕਰਨਗੇ? ਵਿਚਾਰ ਕਰੇਗਾ। ਇੱਕ ਵਾਰ ਫਿਰ ਜਿੱਦਾਂ ਲਿਖਿਆ ਹੈ ਇਦਾਂ ਇਹਨੂੰ ਪੜ੍ਹ ਦਿਓ। ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਸ਼ਤਾਬੀ ਉਹਨਾਂ ਦਾ ਬਦਲਾ ਲੈ ਦੇਵੇਗਾ। ਪਰ ਜਦ ਮਨੁੱਖ ਦਾ ਪੁੱਤਰ ਆਵੇਗਾ ਤਦ ਕਿ ਉਹ ਧਰਤੀ ਉੱਤੇ ਨਿਹਚਾ ਪਾਵੇਗਾ। ਕੁਐਸਚਨ ਹੈ, ਯਿਸੂ ਮਸੀਹ ਨੇ ਇੱਕ ਕੁਐਸਚਨ ਪਾਇਆ। ਦੇਖ ਲਓ ਧਿਆਨ ਨਾਲ, ਹੈਗਾ ਨਾ? ਜਾਂ ਮਨੁੱਖ ਦਾ ਪੁੱਤਰ ਆਵੇਗਾ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ? ਕੀ ਪਾਇਆ ਬੋਲਿਆ ਯਿਸੂ ਮਸੀਹ ਨੇ? ਕੀ ਪਾਇਆ? ਸਵਾਲ। ਤੇ ਹੁਣ ਤੁਸੀਂ ਦੋ ਇਹਦਾ ਆਨਸਰ। ਹਾਲੇਲੂਇਆ। ਕਿਹਨੂੰ ਪਾਇਆ ਸਵਾਲ? ਮਨੁੱਖ ਜਾਤੀ ਨੂੰ ਪਾਇਆ। ਕੀ ਅਸੀਂ ਮਨੁੱਖ ਜਾਤੀ ਹਾਂ? ਕੀ ਅਸੀਂ ਸੁਣ ਪਾ ਰਹੇ ਹਾਂ? ਹਾਲੇਲੂਇਆ। ਮੈਂ ਕਈ ਵਾਰ ਕਈਆਂ ਨਾਲ ਗੱਲ ਕੀਤੀ, ਮੈਂ ਕਿਹਾ ਬਾਈਬਲ ਕੋ ਸਵਾਲਾਂ ਨਾਲ ਭਰੀ ਹੋਈ ਹੈ। ਆਦਮੀ ਦਾ ਪ੍ਰਾਣ ਸੜ ਜਾਂਦਾ ਹੈ ਔਰ ਮਿੱਟੀ ਵਿੱਚ ਚਲੀ ਜਾਂਦੀ ਹੈ, ਪ੍ਰਾਣ ਕਿੱਥੇ ਜਾਂਦਾ ਹੈ? ਕੁਐਸਚਨ ਪਾਇਆ ਹੋਇਆ ਹੈ। ਪ੍ਰਾਣ ਹੈ ਕਿੱਥੇ? ਕੁਐਸਚਨ। ਜਾਂ ਮਨੁੱਖ ਦਾ ਪੁੱਤਰ ਆਵੇਗਾ ਕਿ ਧਰਤੀ ਉੱਤੇ ਨਿਹਚਾ ਪਾਵੇਗਾ? ਕਿ ਲੋਕ ਧਰਤੀ ਦੇ ਉਹਦੇ ਉੱਤੇ ਨਿਹਚਾ ਕਰਨਗੇ? ਹਾਂਜੀ ਕਰਨਗੇ। ਹਾਂ ਜਾਂ ਨਾ? ਕੀ ਧਰਤੀ ਦੇ ਲੋਕ ਉਹਦੇ ਉੱਤੇ ਨਿਹਚਾ ਕਰਨਗੇ? ਆਵਾਜ਼ ਨਹੀਂ ਆ ਰਹੀ ਭਾਈ। ਇਹਦਾ ਮਤਲਬ ਕਿੰਨੇ ਲੋਕ ਕਹਿੰਦੇ ਨੇ ਕਿ ਧਰਤੀ ਦੇ ਲੋਕ ਉਹਦੇ ਉੱਤੇ ਨਿਹਚਾ ਕਰਨਗੇ? ਕਿੰਨੇ ਲੋਕ ਆਪਣੇ ਹੱਥਾਂ ਨੂੰ ਉਠਾਈਏ? ਹਾਲੇਲੂਇਆ। ਥੋੜੇ ਜਾਣੇ ਹਨ ਤੇ ਕਈਆਂ ਨੇ ਤੇ ਵੈਸੇ ਡਰਦੇ ਚੱਕਦੇ ਹੀ ਹੱਥ ਦੇ ਗੱਲ ਉੱਤੇ ਕਰ ਹੀ ਦਿੰਦੇ ਆ ਸ਼ਾਇਦ। ਹਾਲੇਲੂਇਆ। ਹਾਲੇਲੂਇਆ। ਇਹਦਾ ਮਤਲਬ ਕਿ ਮਨੁੱਖ ਦੇ ਪੁੱਤਰ ਦੀ ਸੇਵਕਾਈ ਅਜੇ ਕਈਆਂ ਦੇ ਸਮਝ ਵਿੱਚ ਆਈ ਹੋਈ ਨਹੀਂ। ਅਜੇ ਕਈਆਂ ਨੂੰ ਪਤਾ ਹੀ ਨਹੀਂ ਕਿ ਮਨੁੱਖ ਦਾ ਪੁੱਤਰ 28 ਫਰਵਰੀ 1963 ਨੂੰ ਧਰਤੀ ਉੱਤੇ ਆ ਚੁੱਕਾ। ਕਈਆਂ ਨੂੰ ਪਤਾ ਹੀ ਨਹੀਂ ਤੇ ਕਈਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਉਸੇ ਮਨੁੱਖ ਦੇ ਪੁੱਤਰ ਦੀ ਸੇਵਕਾਈ ਉੱਤੇ ਨਿਹਚਾ ਕਰ ਰਹੇ ਹਾਂ। ਇਹਦਾ ਮਤਲਬ ਕਈਆਂ ਨੂੰ ਪਤਾ ਹੀ ਨਹੀਂ। ਕਿੰਨੇ ਮੇਰੇ ਨਾਲ? ਹਾਲੇਲੂਇਆ। ਬਾਈਬਲ 'ਚ ਲਿਖਿਆ ਕਿ ਮਨੁੱਖ ਦਾ ਪੁੱਤਰ ਧਰਤੀ ਉੱਤੇ ਆਵੇਗਾ, ਅਚਾਨਕ ਆ ਜਾਵੇਗਾ। ਆਮੀਨ। ਹਾਲੇਲੂਇਆ। ਹਾਲੇਲੂਇਆ। ਉਹ ਜਦੋਂ ਧਰਤੀ ਉੱਤੇ ਆਵੇਗਾ ਕੀ ਧਰਤੀ ਦੇ ਲੋਕ ਉਹਦੇ ਤੇ ਨਿਹਚਾ ਕਰਨਗੇ? ਹੁਣ ਰੌਲਾ ਪੈ ਗਿਆ, ਮਸੀਹ ਆ ਗਿਆ, ਮਸੀਹ ਆ ਗਿਆ। ਮੇਰੀਓ ਭੈਣੋ, ਮੇਰੇ ਭਰਾਓ, ਮਨੁੱਖ ਦਾ ਪੁੱਤਰ 28 ਫਰਵਰੀ 1963 ਨੂੰ ਧਰਤੀ ਉੱਤੇ, ਤੁਸੀਂ ਨਿਹਚਾ ਕਿਹਦੇ ਤੇ ਕਰ ਰਹੇ ਹੋ? ਨਬੀ ਬ੍ਰਾਹਨਮ ਤੇ? ਬਾਈਬਲ 'ਚ ਲਿਖਿਆ ਹੈ। ਮੈਂ ਆਪਣੇ ਵਿਸ਼ੇ ਨੂੰ ਛੱਡ ਦਿੱਤਾ ਹੈ, ਜੋ ਕਿ ਇੱਕ ਵਿਸ਼ੇ ਨੂੰ ਅਸੀਂ ਲੈ ਕੇ ਚੱਲ ਰਹੇ ਸੀ। ਮਨੁੱਖ ਜਾਂ ਦੂਤ, ਮੋਹਰ ਲਾਉਣ ਵਾਲਾ ਮਨੁੱਖ ਜਾਂ ਦੂਤ। ਬਾਈਬਲ 'ਚ ਲਿਖਿਆ, ਦੇਖਿਓ ਕੋਈ ਸਵਰਗ ਦੂਤਾਂ ਦੀ ਪੂਜਾ ਕਰਨ ਕਰਕੇ ਕਿਤੇ ਸਵਰਗ ਤੋਂ ਰਹਿ ਨਾ ਜਾਏ। ਜੇ ਸਾਡਾ ਭਾਈ ਬਿਲੀਅਨ ਮੈਰੀਅਨ ਬ੍ਰਾਹਨਮ 7ਵਾਂ ਦੂਤ ਹੈ, ਅਸੀਂ ਉਹਦੀ ਭਗਤੀ ਨਹੀਂ ਕਰਦੇ।
ਕਈ ਕਰਦੇ ਨੇ। ਬ੍ਰਦਰ ਵਿਲੀਅਮ ਮੈਰੀਅਨ ਬ੍ਰਹਮ ਦੀ ਫੋਟੋ ਦੇ ਕੇ ਮੱਥਾ ਟੇਕਦੇ ਨੇ। ਹੋ ਸਕਦਾ ਧੂਪ ਬੱਤੀ ਵੀ ਕਰਦੇ ਹੋਣਗੇ, ਪਰ ਬਾਈਬਲ ਬਿਆਨ ਕਰਦੀ ਜੀ। ਹਾਲੇਲੂਇਆ। ਮੈਂ ਕੋਈ ਫੇਸਬੁੱਕ ਤੇ ਪ੍ਰਾਈਡ ਪਾਈ, ਕਿਸੇ ਪ੍ਰਚਾਰਕ ਨੇ ਉੱਥੇ ਲਿਖਿਆ, ਵਾਹ ਕੀ ਬਾਤ ਹੈ। ਕਿਸੇ ਵਿਸ਼ਵਾਸੀ ਨੇ ਲਿਖਿਆ, ਪਾਸਟਰ ਜੀ ਇਹ ਗਲਤ ਸਿੱਖਿਆ ਵਾਲੇ ਨੇ, ਇਹ ਵਿਲੀਅਮ ਬ੍ਰਾਨਹਮ ਦੀ ਪੂਜਾ ਕਰਦੇ। ਮੈਨੂੰ ਲਿਖਿਆ, ਭਾਈ ਅਸੀਂ ਵਿਲੀਅਮ ਮੈਰੀਅਨ ਬ੍ਰਾਨਹਮ ਦੀ ਪੂਜਾ ਨਹੀਂ ਕਰਦੇ, ਇਹ ਤੇਰੀ ਗਲਤ ਸੋਚ ਹੈ। ਮੈਂ ਆਪਣਾ ਨੰਬਰ ਭੇਜਿਆ ਉਹਨੂੰ, 2-4 ਗੱਲਾਂ ਹੋਈਆਂ ਬਾਅਦ ਵਿੱਚ ਵੀ। ਮੈਂ ਕਿਹਾ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤੇ ਇਸ ਨੰਬਰ ਤੇ ਮਿਲੋ। ਹਾਲੇਲੂਇਆ, ਆਮੀਨ। ਇਸ ਲਈ ਮੇਰੀ ਭੈਣੋ ਮੇਰੇ ਭਰਾਓ, ਵਿਲੀਅਮ ਮੈਰੀਅਨ ਬ੍ਰਾਨਹਮ ਆ ਗਿਆ, 7ਵਾਂ ਦੂਤ ਆ ਗਿਆ, ਬਾਈਬਲ ਦੇ ਪੇਜ ਖੁੱਲ ਗਏ। ਤੁਹਾਨੂੰ ਇਹਦੇ ਨਾਲ ਕੀ ਫਾਇਦਾ ਹੋਇਆ? ਜੋ ਤੁਹਾਨੂੰ ਚਾਹੀਦਾ ਕੀ ਉਹ ਮਿਲਿਆ? ਕੌਣ ਚਾਹੀਦਾ ਤੁਹਾਨੂੰ? ਬਾਈਬਲ 'ਚ ਤਾਂ ਲਿਖਿਆ ਹੀ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। ਬਾਈਬਲ 'ਚ ਲਿਖਿਆ ਜਾਂ ਮਨੁੱਖ ਦਾ ਪੁੱਤਰ ਆਵੇਗਾ, ਕੀ ਲੋਕ ਉਹਦੇ ਤੇ ਨਿਹਚਾ ਕਰਨਗੇ। ਤੁਸੀਂ ਨਿਹਚਾ ਕਿਤੇ ਤੇ ਕੀਤੀ? ਕੀ ਤੁਸੀਂ ਮਨੁੱਖ ਦੇ ਪੁੱਤਰ ਨੂੰ ਪਹਿਚਾਣਿਆ? ਕੀ ਤੁਹਾਨੂੰ ਮਨੁੱਖ ਦਾ ਪੁੱਤਰ ਲੱਭ ਗਿਆ? ਵਿਚਾਰ ਕਰੀਏ। ਹਾਲੇਲੂਇਆ, ਹਾਲੇਲੂਇਆ। ਇਸ ਲਈ ਯਹੋਨਾ ਐਵੇਂ ਨਹੀਂ ਲਿਖ ਰਿਹਾ, ਜੋ ਥਾ, ਜੋ ਹੈ, ਜੋ ਆਉਣ ਵਾਲਾ ਹੈ। ਉਹ ਜਾਣ ਗਿਆ ਸੀ, ਉਹਦੇ ਕੋਲ ਰੈਵਲੇਸ਼ਨ ਸੀ। ਯਹੋਨਾ ਜਾਣਦਾ ਸੀ ਉਹ ਪਹਿਲੇ ਕੀ ਸੀ, ਉਹ ਜਾਣਦਾ ਸੀ ਉਹ ਹੁਣ ਕੀ ਹੈ, ਉਹ ਜਾਣਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਤੇ ਉਦੋਂ ਕੀ ਹੋਵੇਗਾ। ਇਸ ਲਈ ਯਹੋਨਾ ਉਹਨੂੰ ਅਲਫਾ ਓਮੇਗਾ ਕਹਿ ਕੇ ਪੁਕਾਰਦਾ ਹੈ। ਹਾਲੇਲੂਇਆ, ਹਾਲੇਲੂਇਆ। ਇਸ ਲਈ ਮੇਰੀ ਭੈਣੋ ਮੇਰੇ ਭਰਾਓ, ਉਹ ਯਿਸੂ ਮਸੀਹ ਦੀਆਂ ਇਹਨਾਂ ਤਿੰਨਾਂ ਸੇਵਕਾਈਆਂ ਨੂੰ ਜਾਣਦਾ ਸੀ। ਕੌਣ ਕੌਣ ਕੌਣ? ਤੇ ਯਹੋਨਾ ਹੈ ਕੌਣ ਹੈ? ਦੁਲਹਨ। ਹਾਲੇਲੂਇਆ। ਤੇ ਫਿਰ ਦੁਲਹਨ ਉਹਦੀਆਂ ਤਿੰਨੇ ਸੇਵਕਾਈਆਂ ਨੂੰ ਜਾਣਦੀ ਹੈ। ਆਮੀਨ। ਤੇ ਯਹੋਨਾ ਜਾਣਦਾ ਸੀ ਜੋ ਥਾ, ਜੋ ਹੈ, ਆਮੀਨ, ਤੇ ਜੋ ਆਉਣ ਵਾਲਾ ਹੈ। ਮੈਂ ਕਾਫੀ ਸਲੋ ਚੱਲ ਰਿਹਾ। ਹਾਲੇਲੂਇਆ, ਹਾਲੇਲੂਇਆ। ਇਸ ਲਈ ਮੇਰੀ ਭੈਣੋ ਮੇਰੇ ਭਰਾਓ, ਅੱਜ ਬਹੁਤ ਲੋਕ ਮਨੁੱਖ ਦੇ ਪੁੱਤਰ ਦੀ ਸੇਵਕਾਈ ਤੋਂ ਖੁੰਝ ਗਏ। ਤੇ ਜੇ ਕਿਤੇ ਉਹ ਮਨੁੱਖ ਦੇ ਪੁੱਤਰ ਦੀ ਸੇਵਕਾਈ ਦੇ ਬਾਰੇ ਵਿੱਚ ਉਹਦੀ ਉਡੀਕ ਕਰਦੇ ਹੀ ਹਨ, ਉਹਨੂੰ ਜਾਣਦੇ ਹੀ ਹਨ, ਤੇ ਮਨੁੱਖ ਦੇ ਪੁੱਤਰ ਦੀ ਅੱਜ ਨਕਲ ਹੋਣੀ ਸ਼ੁਰੂ ਹੋ ਗਈ। ਬ੍ਰਦਰ ਬ੍ਰਾਹਨਮ ਨੇ ਇੱਕ ਸੰਦੇਸ਼ ਪ੍ਰਚਾਰ ਕੀਤਾ ਹੈ, ਮਸੀਹ ਕੀ ਨਕਲ। ਮਸੀਹ ਕੀ ਨਕਲ। ਨਬੀ ਨੇ ਆਖਿਆ ਬਥੇਰੇ ਲੋਕ ਮਨੁੱਖ ਦੇ ਪੁੱਤਰ ਦੀ ਨਕਲ ਕਰਨਗੇ। ਅੱਜ ਮਨੁੱਖ ਦੇ ਪੁੱਤਰ ਦੀ ਨਕਲ ਧਰਤੀ ਉੱਤੇ ਹੋ ਰਹੀ ਹੈ। ਆਓ ਥੋੜਾ ਸਮਾਂ ਹੋਰ ਅਸੀਂ ਚੱਲਦੇ ਹਾਂ ਤੇ ਸਮਾਪਤੀ ਕਰਦੇ ਹਾਂ। ਤੁਰੀਆਂ ਦਾ ਪਰਬ, ਬ੍ਰਦਰ ਬ੍ਰਾਹਨਮ ਨੇ ਇਸ ਸੰਦੇਸ਼ ਵਿੱਚ ਬਿਆਨ ਕੀਤਾ ਹੈ। ਨਬੀ ਨੇ ਕੀ ਆਖਿਆ ਹੈ? ਧਿਆਨ ਦਿਓ, ਉਹ 3 ਪੁੱਤਰਾਂ ਦੇ ਨਾਮ ਵਿੱਚ ਆਇਆ, ਦਾਊਦ ਦੇ ਪੁੱਤਰ ਦੇ ਨਾਮ ਵਿੱਚ ਆਇਆ, ਮਨੁੱਖ ਦੇ ਪੁੱਤਰ ਦੇ ਨਾਮ ਵਿੱਚ ਆਇਆ, ਔਰ ਖੁਦਾ ਦੇ ਪੁੱਤਰ ਦੇ ਨਾਮ ਵਿੱਚ ਆਇਆ। ਹੁਣ ਉਸ ਨੇ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਆਉਣਾ ਸੀ। ਹਾਲੇਲੂਇਆ, ਆਮੀਨ। ਨਬੀ ਕੀ ਕਹਿੰਦੇ? ਹੁਣ ਉਹਨੇ ਕਿਹੜੇ ਪੁੱਤਰ ਦੇ ਨਾਮ ਵਿੱਚ ਆਉਣਾ ਸੀ ਬਈ?
ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਆਉਣਾ ਸੀ, ਕਿਉਂਕਿ ਉਹ ਇੱਕ ਨਬੀ ਸੀ। ਅੱਛਾ, ਮੈਂ ਅੱਗੇ ਗੱਲ ਬੋਲ ਚੁੱਕਿਆ, ਨਬੀ ਵੀ ਕਹਿੰਦੇ ਨੇ ਯਿਸੂ ਨੇ ਕਦੇ ਵੀ ਆਪ ਨੂੰ ਖੁਦਾ ਦੇ ਪੁੱਤਰ ਦੇ ਰੂਪ ਵਿੱਚ ਆਪਣੇ ਆਪ ਨੂੰ ਕਹਿ ਕੇ ਕੋਈ ਵੀ ਹਵਾਲਾ ਬਾਈਬਲ ਵਿੱਚ ਨਹੀਂ ਦਿੱਤਾ ਕਿ ਮੈਂ ਖੁਦਾ ਦਾ ਪੁੱਤਰ। ਉਹਨੇ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ। ਉਸਨੇ ਆਪ ਨੂੰ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ। ਬ੍ਰਦਰ ਬ੍ਰਨਮ ਆਖਦੇ ਨੇ ਹਾਲੇਲੂਇਆ। 64 ਦਾ ਸੰਦੇਸ਼ ਮੁਕੱਦਮਾ ਨਬੀ ਕੀ ਕਹਿੰਦੇ ਨੇ? ਹੁਣ ਖੁਦਾ ਦਾ ਪੁੱਤਰ ਨਹੀਂ, ਹੁਣ ਉਹ ਖੁਦਾ ਦਾ ਪੁੱਤਰ ਨਹੀਂ। ਬ੍ਰਦਰ ਬ੍ਰਨਮ ਕਹਿ ਰਹੇ ਨੇ, ਕਦੋਂ ਕਹਿ ਰਹੇ ਨੇ? 64 ਵਿੱਚ। ਹੁਣ ਉਹ ਆਵਾਜ਼ ਨਹੀਂ ਆਈ, ਹੁਣ ਉਹ ਖੁਦਾ ਦਾ ਪੁੱਤਰ ਨਹੀਂ। ਕਦੋਂ ਗੱਲ ਕਰ ਰਹੇ ਨੇ? 1964 ਵਿੱਚ। ਤੇ ਜੇ ਹੁਣ ਨਬੀ ਕਹਿੰਦੇ 64 ਵਿੱਚ ਕਹਿੰਦੇ ਹੁਣ ਉਹ ਖੁਦਾ ਦਾ ਪੁੱਤਰ ਨਹੀਂ, ਤੇ ਫਿਰ ਕਿਹਦਾ ਪੁੱਤਰ? ਮਨੁੱਖ ਦਾ ਪੁੱਤਰ। ਨਬੀ ਕਹਿ ਰਹੇ ਨੇ ਮਨੁੱਖ ਦਾ ਪੁੱਤਰ, ਤੇ ਫਿਰ ਉਹ ਦਾਊਦ ਦਾ। ਧਿਆਨ ਨਾਲ ਸੁਣਿਓ, ਧਿਆਨ ਨਾਲ ਗੌਰ ਕਰਿਓ। 63 ਤੋਂ ਪਹਿਲੇ ਕੀ ਸੀ? ਖੁਦਾ ਦਾ ਪੁੱਤਰ। ਧਿਆਨ ਨਾਲ ਸੁਣਿਓ। ਹਾਲੇਲੂਇਆ, ਹਾਲੇਲੂਇਆ। ਜਿਸ ਤੋਂ ਵੀ ਪਹਿਲੇ ਚੱਲ ਜੀਏ ਤੇ 62 ਤੋਂ ਪਹਿਲੇ, ਉਹ 63 ਤੋਂ ਪਹਿਲੇ ਉਹ ਕਿਹੜੀ ਸੇਵਕਾਈ ਦੇ ਦੌਰਾਨ ਚੱਲ ਰਿਹਾ ਸੀ ਭਾਈ ਧਰਤੀ ਉੱਤੇ? ਖੁਦਾ ਦਾ ਪੁੱਤਰ। ਹੁਣ 63 ਤੋਂ ਬਾਅਦ ਵਿੱਚ 64 ਵਿੱਚ ਨਬੀ ਕਹਿ ਰਹੇ ਨੇ ਹੁਣ ਉਹ ਖੁਦਾ ਦਾ ਪੁੱਤਰ ਨਹੀਂ। ਹੁਣ ਕੀ ਹੈ? ਉਹ ਮਨੁੱਖ ਦਾ ਪੁੱਤਰ। ਮਨੁੱਖ ਦਾ ਪੁੱਤਰ ਕਦੋਂ ਪ੍ਰਗਟ ਹੋਇਆ? 28 ਫਰਵਰੀ 1963 ਨੂੰ। ਮਨੁੱਖ ਦਾ ਪੁੱਤਰ। ਧਿਆਨ ਨਾਲ ਗੌਰ ਕਰਿਓ ਮੇਰੀ ਭੈਣੋ, ਮੇਰੇ ਭਰਾ। 62 ਤੋਂ ਪਹਿਲਾਂ ਖੁਦਾ ਕਿੱਦਾਂ ਚੱਲ ਰਿਹਾ ਸੀ? ਬ੍ਰਦਰ ਬ੍ਰਨਮ ਦੇ ਨਾਲ ਕਿੱਦਾਂ ਚੱਲ ਰਿਹਾ ਸੀ? ਅੱਗ ਦੇ ਖੰਭੇ ਦੇ ਵਿੱਚ ਉੱਪਰ ਹੋ। ਸਮਝ ਆ ਰਹੀ ਹੈ? ਹਾਲੇਲੂਇਆ, 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 ਆਮੀਨ। ਧਿਆਨ ਨਾਲ ਸੁਣਿਓ। ਉਸ ਤੋਂ ਬਾਅਦ ਵਿੱਚ 28 ਫਰਵਰੀ 1963 ਨੂੰ ਕੀ ਹੋਇਆ? ਹਾਂਜੀ, ਉਹ ਹਾਂਜੀ ਬੱਦਲ ਦੇ ਨਹੀਂ, ਮੈਂ ਤੁਹਾਨੂੰ ਕਹਿ ਹੀ ਨਹੀਂ ਰਿਹਾ। ਬੱਦਲ ਦੇ, ਠੀਕ ਹੈ। 28 ਫਰਵਰੀ 1963 ਨੂੰ ਉਹ ਜੋ ਅੱਗ ਦੇ ਖੰਭੇ ਦੇ ਵਿੱਚ ਸੀ, ਉਹ ਬ੍ਰਦਰ ਬ੍ਰਹਨਮ ਦੀ ਬੋਡੀ। ਆਮੀਨ, ਹਾਲੇਲੂਇਆ, ਹਾਲੇਲੂਇਆ। ਮੂਸਾ ਦੇ ਸਮੇਂ ਜੋ ਅੱਗ ਦੇ ਖੰਭੇ ਵਿੱਚ ਸੀ, ਯਿਸੂ ਮਸੀਹ ਦੇ ਸਮੇਂ ਉਹ ਯਿਸੂ ਮਸੀਹ ਦੀ ਬੋਡੀ ਅੰਦਰ ਆ ਗਿਆ, ਤਾਂ ਜਾ ਕੇ ਉਹ ਬਣਿਆ ਮਨੁੱਖ ਦਾ ਪੁੱਤਰ। ਗੌਰ ਕਰਿਓ। ਮੂਸਾ ਦੇ ਸਮੇਂ ਪੁਰਾਣੇ ਨੇਮ ਦੇ ਅੰਦਰ ਉਹ ਜੋ ਅੱਗ ਦੇ ਖੰਭੇ ਵਿੱਚ ਸੀ, ਪਿਤਾ, ਆਤਮਾ, ਹਾਲੇਲੂਇਆ, ਯਿਸੂ ਮਸੀਹ ਦੇ ਸਮੇਂ ਉਹ ਯਿਸੂ ਮਸੀਹ ਦੀ ਬੋਡੀ ਦੇ ਅੰਦਰ ਆ ਗਿਆ, ਤਾਂ ਜਾ ਕੇ ਯਿਸੂ ਮਸੀਹ ਕਹਿੰਦਾ पिता मुझ में रहकर अपने काम करता है। आमीन। मूसा दे समय पिता किथे सी? अग दे खंभे विच। यीशु मसीह दे समय पिता किथे है? हालेलुया। 1963 तो पहला ओ पिता किथे सी? अग दे खंभे दे विच। 28 फरवरी 1963 तो बाद किथे चला गया वो? ब्रदर ब्रहनम दी बॉडी दे। आमीन। जो मूसा दे उत्ते सी, जद वो यीशु मसीह दी बॉडी अंदर चला जाता है, वो बनता है मनुख दा पुत्र। जो 1963 तो पहला ब्रदर ब्रहनम दे ऊपर अग दे खंभे दे रूप विच सी, जब 28 फरवरी 1963 के दौरान वो चला जाता ब्रदर ब्रहनम दी बॉडी दे अंदर। आमीन। ते फिर वो की बनेगा? मनुख दा पुत्र। हालेलुया।
मैं किसी तरीके नाल समझाउण दी कोशिश कर रहा ताकि असी सब पंजाबी समझण वाले हैं, नहीं तो इन्हू पता किदां चलता है, ए सन ऑफ मैन एंड द सन ऑफ मैन। हुण इनू समझना कईयां लई औखा हो। हालेलुया। ए सन ऑफ मैन खुदा दा नबी, खुदा दा नबी। ब्रदर बिलियन मैरियन ब्रानम बाट विच की सी? खुदा दा नबी। त्रेठ विच खुद खुदा ब्रदर ब्रानम दी बॉडी विच आ गया, की बन गया? खुदा खुद नबी। यूहन्ना कौन सी? यूहन्ना कौन सी? खुदा दा नबी। ए सन ऑफ मैन, खुदा दा नबी। ते यसु मसीह कौन सी? मनुख दा पुत्र खुद नबी। हालेलुया, आमीन। समझ आ रही है? इसलिए मेरी भैनों मेरे भरा, नबी दी सेवकाई, मसीह दी सेवकाई, खुदा दा भेजा होया नबी ते खुदा खुद नबी। जब खुदा खुद नबी बन जाए, ये दा सन ऑफ मैन। जब खुदा दा नबी आए, बाट विच सी ए सन ऑफ मैन। यूहन्ना वाली सेवकाई, एलिया वाली सेवकाई, नबी वाली सेवकाई, आमीनिया। त्रेठ विच बन गया वो दा सन ऑफ मैन। इसलिए ब्रदर ब्रानम ने आख्या, ओ दरिया उत्ते मैं प्रगट नहीं सी होया, हलो मैं तो एक आवाज सी जिहड़ी ओने वरती, वो ते मनुख दे पुत्र दा प्रगटावा सी। ब्रदर ब्रानम खुद कह रहे ने मनुख दे पुत्र दा प्रगटावा। 63 दा संदेश, 64 दा संदेश है, जिहदे विच नबी अपने आप नूं दसन दी कोशिश कर रहे। हालेलुया, हालेलुया। इसलिए ब्रदर ब्रानम किसी समय मैं ब्रदर ब्रानम की सेवकाई के उत्ते प्रचार करना चाहता हाँ। जब खुदा मैनू मेरे को तैयार है कई कुछ, पर जब तक प्रेरणा ना टकराए। हालेलुया। ब्रदर ब्रानम ने आख्या, देखो इतने कुछ घटना वापर सकती है, या मैं दृश्य तो चला जावांगा, या मेरी जगह ते कोई होर आ जाएगा, या मेरी सेवकाई बदल जाएगी। ब्रदर ब्रानम एक बदलाव वाली सेवकाई दी खुद इंतजार कर रहे सन। आमीन। नबी वाली सेवकाई, मसीह वाली सेवकाई। जे ब्रदर ब्रानम दी बॉडी के अंदर मसीह दी सेवकाई नहीं हुई, फिर वो मनुख दा पुत्र नहीं। ते जे ब्रदर ब्रानम दी बॉडी के अंदर मसीह दी सेवकाई नहीं हुई, फिर मोहरा नहीं खुलियां, क्योंकि मसीह तो बिना कोई मोहरा नू खोल नहीं सकता। हालेलुया, हालेलुया। इसलिए कई कहते 7वीं मोहर नहीं खुली। 7वीं मोहर की है उदी आमन की नहीं आया, जो ब्रदर ब्रानम दी बॉडी विच नहीं आया, ते फिर मोहरा ब्रदर ब्रानम ने खोलियां, पर ब्रदर ब्रानम मोहरा नू खोल नहीं सकता, क्योंकि कोई भी मनुष्य इस जोग नहीं है। बाइबल बयान करती है, कोई भी मनुष्य इस जोग नहीं है। मोहरा नू किन्ने खोलिया? ब्रदर ब्रानम ने। 9 साल किन्ने खोलिया? मसीह ने। मसीह किथे सी? ब्रदर ब्रानम दी बॉडी दे। आमीन, हालेलुया। इस तो पहले कि मसीह ब्रदर ब्रानम दी बॉडी दे अंदर आ जाए, पहला किथे सी? इस तो पहले कि मसीह खुदा पिता प्रभु यीशु मसीह दी बॉडी अंदर आ जाए, पहला किथे सी? हो आवाज नहीं आ रही भाई? अग दे खंबे विच। बाइबल पढ़िया करो, पता नहीं किन्ने ने स्टॉप लाते, कई पढ़ रहे हैं। हालेलुया, हालेलुया। इसलिए मेरी भैनों मेरे भराओ, नबी ने आख्या हुण वो खुदा दा पुत्र नहीं, हुण की है? वो मनुख दा पुत्र। खुदा तो पर्दा चुकना संदेश। ओ खुदा 3 पुत्रां दे नाम नाल आया,
ਮਨੁੱਖ ਦੇ ਪੁੱਤਰ ਦੇ ਨਾਮ ਵਿੱਚ, ਦਾਊਦ ਦੇ ਪੁੱਤਰ ਦੇ ਨਾਮ ਵਿੱਚ, ਖੁਦਾ ਦੇ ਪੁੱਤਰ ਦੇ ਨਾਮ ਵਿੱਚ। 3 ਪੁੱਤਰਾਂ ਦੇ ਨਾਮ ਨਾਲ ਆਇਆ। ਪਹਿਲੀ ਵਾਰੀ ਮਨੁੱਖ ਦੇ ਪੁੱਤਰ ਦੇ ਨਾਮ ਵਿੱਚ ਉਹ ਨਬੀ ਸੀ। ਕੀ ਸੀ ਉਹ? ਨਬੀ ਸੀ। ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਬ੍ਰਦਰ ਬ੍ਰਾਨਮ ਦੀ ਸੇਵਕਾਈ ਧਿਆਨ ਨਾਲ ਗੌਰ ਕਰਿਓ, ਕਿਸੇ ਨੂੰ ਸਮਝਾ ਸਕੋਗੇ। ਗੇਟ ਤੇ ਲਿਖਿਆ ਹੁੰਦਾ ਨਾ ਸਕੂਲਾਂ ਦੇ, ਸਿੱਖਣ ਲਈ ਆਓ ਤੇ ਸੇਵਾ ਲਈ ਸਿਖਾਉਣ ਲਈ ਜਾਓ। ਹਾਲੇਲੂਇਆ, ਹਾਲੇਲੂਇਆ। ਆਮੀਨ। ਆਮੀਨ। ਗੌਰ ਕਰਿਓ, ਪਹਿਲੀ ਵਾਰੀ ਉਹ ਮਨੁੱਖ ਦੇ ਪੁੱਤਰ ਦੀ ਸੇਵਕਾਈ, ਮਨੁੱਖ ਦੇ ਪੁੱਤਰ ਦੀ ਸੇਵਕਾਈ ਦੇ ਦੌਰਾਨ ਧਰਤੀ ਉੱਤੇ ਆਇਆ। ਆਮੀਨ। ਉਹਨੇ ਮਨੁੱਖ ਦੇ ਪੁੱਤਰ ਦੇ ਆਉਣ ਬਾਰੇ ਫਿਰ ਕੀ ਕਰ ਦਿੱਤੀ ਪਈ? ਭਵਿੱਖਬਾਣੀ ਕਰ ਦਿੱਤੀ। ਉਹ ਬਾਈਬਲ 'ਚ ਲਿਖਿਆ ਨਬੀ ਸੀ, ਕਿਉਂਕਿ ਉਹ ਨਬੀ ਸੀ। ਹਾਲੇਲੂਇਆ। ਬ੍ਰਦਰ ਬ੍ਰਾਨਮ ਦੀ ਸੇਵਕਾਈ, ਨਬੀ ਵਾਲੀ ਸੇਵਕਾਈ ਮੇਰੇ ਸੰਦੇਸ਼ਾਂ ਨੂੰ ਪੜ੍ਹਨ ਦੇ ਮੁਤਾਬਕ 62 ਵਿੱਚ ਸ਼ੁਰੂ ਹੋਈ। ਧਿਆਨ ਨਾਲ ਸੁਣਿਓ, 59-62 ਵਿੱਚ ਸੇਵਕਾਈ ਸ਼ੁਰੂ ਹੋਈ, ਨਬੀ ਵਾਲੀ ਸੇਵਕਾਈ। ਇਹ ਕਿਹੜੀ ਨਬੀ ਵਾਲੀ ਸੇਵਕਾਈ ਸੀ? ਏਲੀਆ ਵਾਲੀ। ਦੂਸਰੇ ਲਫ਼ਜ਼ਾਂ ਵਿੱਚ ਕਿਹੜੀ ਸੇਵਕਾਈ ਸੀ? ਜਿਵੇਂ ਮੈਂ ਦੱਸ ਰਿਹਾ, ਇਹ ਸਨ ਆਫ ਮੈਨ। ਇਹਨੂੰ ਪੰਜਾਬੀ 'ਚ ਦੱਸੋ, ਜਿਵੇਂ ਮੈਂ ਦੱਸ ਰਿਹਾ। ਨਬੀ ਦੇ ਰੂਪ ਵਿੱਚ। ਇਹ ਤਾਂ ਹੋ ਗਿਆ ਮਨੁੱਖ ਦਾ ਪੁੱਤਰ। ਜਿਹੜੀ 1962 ਵਾਲੀ ਸੇਵਕਾਈ, ਬ੍ਰਦਰ ਬ੍ਰਾਨਮ ਦੀ ਸੇਵਕਾਈ, ਇਹ ਕਿਹੜੀ ਸੇਵਕਾਈ ਸੀ? ਨਬੀ ਸੀ ਉਹ, 62 ਵਿੱਚ ਨਬੀ ਸੀ। ਇਹ ਸਨ ਆਫ ਮੈਨ ਐਂਡ ਦਾ ਸਨ ਆਫ ਮੈਨ। ਇਹ ਭੈਣ ਭਰਾ ਇਹ ਚੀਜ਼ ਨੂੰ ਸਮਝ ਨਹੀਂ ਸਕਣਗੇ। ਇਹਨੂੰ ਕਿਸੇ ਹੋਰ ਭਾਸ਼ਾ ਵਿੱਚ ਜਿਵੇਂ ਮੈਂ ਸਮਝਾਇਆ ਵਾ, ਉਹ ਮੈਂ ਸੁਣਨਾ ਚਾਹੁੰਦਾ ਤੁਹਾਡੇ ਕੋਲ, ਕਿ ਤੁਸੀਂ ਸਮਝਿਓ ਜਾਂ ਨਹੀਂ ਸਮਝੇ। ਖੁਦਾ ਦਾ ਨਬੀ। ਗੌਰ ਕਰਿਓ, ਖੁੰਝ ਗਏ ਨਾ, ਭੁੱਲ ਗਏ। ਖੁਦਾ ਦਾ ਨਬੀ। ਹਾਲੇਲੂਇਆ। ਬ੍ਰਦਰ ਬ੍ਰਾਨਮ ਦੀ 62 ਵਾਲੀ ਸੇਵਕਾਈ ਕਿਹੜੀ ਸੀ ਜਦੋਂ ਨਬੀ ਵਾਲੀ ਸੇਵਕਾਈ ਸੀ? ਖੁਦਾ ਦਾ ਨਬੀ। ਸਮਝ ਆ ਗਈ? ਰੱਟ ਲਓ। 63 ਵਿੱਚ ਉਹ ਕੀ ਬਣ ਗਿਆ? ਖੁਦਾ ਖੁਦ ਨਬੀ। ਹਾਲੇਲੂਇਆ, ਆਮੀਨ। ਜਦ ਖੁਦਾ ਖੁਦ ਇੱਕ ਬੋਡੀ ਦੇ ਅੰਦਰ ਆ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਵੇ, ਉਹ ਮਨੁੱਖ ਦੇ ਪੁੱਤਰ ਦੀ ਸੇਵਕਾਈ। ਅੱਜ ਮਨੁੱਖ ਦੇ ਪੁੱਤਰ ਦੀ ਸੇਵਕਾਈ ਧਰਤੀ ਉੱਤੇ ਚੱਲ ਰਹੀ ਹੈ। ਅੱਜ ਚੱਲ ਰਹੀ ਹੈ। ਪਰ ਅੱਜ ਮਨੁੱਖ ਦਾ ਪੁੱਤਰ ਕੋਈ ਵਨ ਮੈਨ ਨਹੀਂ, ਕੋਈ ਇੱਕ ਇਨਸਾਨ ਨਹੀਂ। ਹਾਲੇਲੂਇਆ। ਅੱਜ ਦੁਲਹਨ ਮਨੁੱਖ ਦਾ ਪੁੱਤਰ। ਆਮੀਨ। ਧਿਆਨ ਨਾਲ ਸੁਣਿਓ, ਬਾਈਬਲ 'ਚ ਲਿਖਿਆ, ਓ ਮੁਰਦੇ, ਓ ਸੰਤ ਲੋਕ ਮਨੁੱਖ ਦੇ ਪੁੱਤਰ ਦੀ ਆਵਾਜ਼ ਸੁਣਨਗੇ, ਕਬਰਾਂ ਖੁੱਲ ਜਾਣਗੀਆਂ ਤੇ ਬਥੇਰੇ ਸੰਤ ਕਬਰਾਂ ਵਿੱਚੋਂ। ਹੈਗੀ ਆ ਬਾਈਬਲ 'ਚ ਭਵਿੱਖਬਾਣੀ। ਤੇ ਫਿਰ ਅੱਜ ਮਨੁੱਖ ਦੇ ਪੁੱਤਰ ਦਾ ਧਰਤੀ ਤੇ ਹੋਣਾ ਜ਼ਰੂਰੀ ਹੈ, ਤਾਂ ਹੀ ਤਾਂ ਬੋਲੇਗਾ ਨਾ। ਹਾਲੇਲੂਇਆ। ਤਾਂ ਹੀ ਕਬਰਾਂ ਖੁੱਲਣਗੀਆਂ ਨਾ। ਫਿਰ ਅੱਜ ਮਨੁੱਖ ਦਾ ਪੁੱਤਰ ਕੌਣ? ਕਈਆਂ ਦੇ ਕਿਸੇ ਇੱਕ ਆਦਮੀ ਨੂੰ ਚੁਣਦੇ ਆ ਜੀ, ਮੇਰੀ ਉਹ ਭੈਣੋ ਤੇ ਮੇਰੇ ਭਰਾ, ਵਰਲਡ ਲੈਵਲ ਦੇ ਉੱਪਰ ਇੱਕ। ਉਹ ਕੀ ਮੰਨਦੇ ਨੇ? ਸਮਾਂ ਨਹੀਂ ਹੈ ਉਧਰ ਨੂੰ ਜਾਣਦਾ। ਉਹ ਮੰਨਦੇ ਨੇ ਬ੍ਰਦਰ ਬ੍ਰਾਨਮ ਦੀ ਸੇਵਕਾਈ ਓਨਲੀ ਏਲੀਆ ਦੀ ਸੇਵਕਾਈ ਸੀ, ਯਹੂਨਾ ਵਾਲੀ ਸੇਵਕਾਈ ਸੀ, ਮਸੀਹ ਦੇ ਅੱਗੇ ਅੱਗੇ ਚੱਲਣਾ। ਸਮਝ ਆ ਰਹੀ ਹੈ? ਯੈਸ। ਭਾਈ ਜੋਗੇ ਜੀ, ਕਦੇ ਧੋਖੇ 'ਚ ਨਾ ਆ ਜਾਏ। ਹਾਲੇਲੂਇਆ। ਬ੍ਰਦਰ ਬ੍ਰਾਨਮ ਦੀ ਸੇਵਕਾਈ ਕੀ ਸੀ ਭਾਈ? ਕੀ ਕਹਿੰਦੇ ਨੇ? ਮਸੀਹ ਦੇ ਅੱਗੇ ਅੱਗੇ ਚੱਲਣਾ, ਅੱਗੇ ਅੱਗੇ ਚੱਲਣਾ। ਇੱਕ ਦੀ ਸੇਵਕਾਈ ਸੀ ਯਹੂਨਾ ਦੀ ਸੇਵਕਾਈ, ਤੇ ਯਹੂਨਾ ਤੋਂ ਬਾਅਦ ਕੀ ਆਇਆ? ਮਸੀਹ ਆਇਆ। ਇਸ ਲਈ ਉਹਨਾਂ ਦੀ ਲਹਿੰਗੀ, ਉਹਨਾਂ ਦੀ ਸਮਝ
ਇਹ ਹੈ ਕਿ ਬ੍ਰਦਰ ਬ੍ਰਨਮ ਕੀ ਸੀ ਭਈ? ਓਨਲੀ ਏਲੀਆ। ਉਹਦੀ ਕਿਹੜੀ ਸੇਵਕਾਈ ਸੀ? ਯਹੂਨਾ ਦੀ ਸੇਵਕਾਈ। ਤੇ ਯਹੂਨਾ ਦੀ ਸੇਵਕਾਈ ਕਰਕੇ ਯਹੂਨਾ ਏਲੀਆ ਨਬੀ ਬ੍ਰਨਮ ਚਲਾ ਗਿਆ। ਹੁਣ ਕਿਹਦਾ ਆਉਣਾ ਜ਼ਰੂਰੀ ਹੈ? ਮਸੀਹ ਦਾ। ਉਹ ਇਹ ਮੰਨਦੇ ਨੇ। ਪਰ ਗੌਰ ਕਰੋ, ਧਿਆਨ ਨਾਲ ਸੁਣਿਓ, ਜਿਹੜੀ ਮੈਂ ਹੁਣ ਗੱਲ ਕਰਨ ਲੱਗਿਆ ਆ, ਧਿਆਨ ਨਾਲ ਸੁਣਿਓ ਮੇਰੀ ਭੈਣ ਮੇਰੇ ਭਰਾ। ਏਲੀਆ ਦੀ ਸੇਵਕਾਈ, ਮਸੀਹ ਦੇ ਅੱਗੇ ਅੱਗੇ ਚੱਲਣ ਵਾਲੀ ਸੇਵਕਾਈ ਕਦੋਂ ਸ਼ੁਰੂ ਹੋਈ ਬ੍ਰਦਰ ਬ੍ਰਨਮ ਦੀ? ਤਕਰੀਬਨ 1962 ਵਿੱਚ। ਥੋੜੀ ਉੱਚੀ ਬੋਲਿਆ ਕਰੋ ਭਾਈ। ਹਾਲੇਲੂਇਆ। ਕਦੋਂ ਸ਼ੁਰੂ ਹੋਈ? 1962 ਵਿੱਚ। ਹੁਣ ਉਹ ਸੇਵਕਾਈ ਆ ਰਿਹਾ ਹੈ, ਮਸੀਹਾ ਆ ਰਿਹਾ ਹੈ। ਸਮਝ ਆ ਰਹੀ ਹੈ? ਯਹੂਨਾ ਲਲਕਾਰ ਸੀ, ਆ ਰਿਹਾ ਹੈ, ਮੇਰੇ ਮਗਰ ਕੋਈ ਆ ਰਿਹਾ ਹੈ, ਮੈਂ ਉਹਦੀ ਜੁੱਤੀ ਦਾ ਤਸਮਾ ਖੋਲਾਂ ਦੇ। ਇੱਕ ਲਲਕਾਰ ਹੈ। ਲਲਕਾਰ ਕਿਹਨੇ ਦਿੱਤੀ? ਯਹੂਨਾ ਨੇ। ਹੁਣ ਆਵਾਜ਼ ਆਉਣੀ ਹੈ। ਹਾਲੇਲੂਇਆ। 62 ਵਿੱਚ ਆਈ ਲਲਕਾਰ ਬ੍ਰਦਰ ਬ੍ਰਨਮ ਦੇ ਦੁਆਰਾ। 1963 ਵਿੱਚ ਕੀ ਆ ਗਈ? ਆਵਾਜ਼। ਸਮਝ ਆ ਗਈ? ਹਾਲੇਲੂਇਆ। ਬ੍ਰਦਰ ਬ੍ਰਨਮ ਦੇ ਜੀਵਨ 'ਚ 3 ਸੇਵਕਾਈਆਂ। मूसा ਦੀ ਸੇਵਕਾਈ, ਏਲੀਆ ਦੀ ਸੇਵਕਾਈ, ਮਸੀਹ ਦੀ ਸੇਵਕਾਈ। ਆਮੀਨ। ਯੈਸ। ਹਾਲੇਲੂਇਆ। ਮਨੁੱਖ ਦੇ ਪੁੱਤਰ ਦੀ ਸੇਵਕਾਈ ਬ੍ਰਦਰ ਬ੍ਰਹਮ ਦੇ ਜੀਵਨ ਦੇ ਵਿੱਚ ਹੁੰਦੀ ਹੋਈ ਹੈ। ਜਦ ਮੈਂ ਪ੍ਰਚਾਰ ਕਰਾਂਗਾ ਮਨੁੱਖ ਦੇ ਪੁੱਤਰ ਦੀ ਨਕਲ, ਉਹਦੇ ਵਿੱਚ ਤੁਸੀਂ ਬੜੀ ਆਸਾਨੀ ਨਾਲ ਇਹਨਾਂ ਚੀਜ਼ਾਂ ਨੂੰ ਸਮਝ ਪਾਓਗੇ। ਹਾਲੇਲੂਇਆ। ਪ੍ਰਭੂ ਬਰਕਤ ਦੇਵੇ। ਇਸ ਲਈ ਮੇਰੀਓ ਭੈਣੋ, ਮੇਰੇ ਭਰਾਓ, ਮੈਂ ਤੁਹਾਡਾ ਹੋਰ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਅਸੀਂ ਸ਼ਾਮ ਦੀ ਸਭਾ ਵੀ ਕਰਨੀ ਹੈ। ਮੈਂ ਤੁਹਾਨੂੰ ਜਲਦੀ ਫ੍ਰੀ ਕਰ ਦੇਵਾਂਗਾ। ਅਸੀਂ ਬਸ ਥੋੜਾ ਜਿਹਾ ਹੋਰ ਦੇਖਾਂਗੇ। ਖੁਦਾ ਦਾ ਪੁੱਤਰ, ਖੁਦਾ ਦੇ ਪੁੱਤਰ ਦੀ ਸੇਵਕਾਈ ਕਦੋਂ ਹੋਈ? ਉਹ ਤੇ ਸੀਗੀ ਭਈ ਜਦੋਂ ਮਸੀਹ ਧਰਤੀ ਉੱਤੇ ਆਇਆ, ਪਹਿਲੀ ਆਮਦ ਉਹ ਤੇ ਸੀਗੀ। ਕਿਹੜੀ ਸੇਵਕਾਈ ਸੀਗੀ? ਹਾਂਜੀ ਭੈਣਾਂ, ਪਿੱਛੋਂ ਆਵਾਜ਼ ਨਹੀਂ ਆ ਰਹੀ। ਕਿਹਦੀ ਸੇਵਕਾਈ ਸੀਗੀ? ਮਨੁੱਖ ਦੇ ਪੁੱਤਰ ਦੀ ਸੇਵਕਾਈ। ਫਿਰ ਖੁਦਾ ਦੇ ਪੁੱਤਰ ਦੀ ਸੇ, ਫਿਰ ਅਸੀਂ ਦੇ ਉਹਨੇ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਆਉਣਾ ਹੈ। 28 ਫਰਵਰੀ 1963 ਨੂੰ ਉਹ ਮਨੁੱਖ ਦੇ ਪੁੱਤਰ ਦੀ ਸੇਵਕਾਈ ਦੇ ਨਾਲ ਆਇਆ। ਪਰ ਖੁਦਾ ਦਾ ਪੁੱਤਰ ਇਹ ਕਦੋਂ ਸੇਵਕਾਈ? ਪਤਾ ਕਿਸੇ ਨੂੰ? ਕੀ ਕੋਈ ਆਪਣੇ ਹੱਥ ਨੂੰ ਉਠਾਏਗਾ ਜਿਹਨੂੰ ਪਤਾ ਹੋਵੇ ਕਿ ਖੁਦਾ ਦੇ ਪੁੱਤਰ ਦੀ ਸੇਵਕਾਈ ਕਦੋਂ ਹੋਈ ਆ ਜਾਂ ਹੋਣੀ ਆ? ਨਹੀਂ ਪਤਾ ਕਿਸੇ ਨੂੰ। ਨਿਕਲ ਗਏ। ਹਾਂਜੀ, ਥੋਮਸ, ਇਹਦਾ ਮਤਲਬ ਤਾਂ ਪੌਲਸ ਨੇ ਆਖਿਆ, ਕਹਿੰਦਾ ਦੁਬਾਰੇ ਦੱਸਣਾ ਅੱਛਾ ਹੈ, ਦੁਬਾਰੇ ਉਸੇ ਪ੍ਰਚਾਰ ਨੂੰ ਲੈ ਕੇ ਆਉਣਾ ਅੱਛਾ ਹੈ। ਹਾਲੇਲੂਇਆ। ਹਾਲੇਲੂਇਆ। ਠੀਕ ਹੈ। ਹੁਣ ਵੇਖੋ, ਤੁਰੀਆਂ ਦਾ ਪਰਮ ਸੰਦੇਸ਼ ਹੈ। ਹੁਣ ਵੇਖੋ, ਉਹ ਕਲੀਸਿਆਈ ਯੁੱਗਾਂ ਦੇ ਦੌਰਾਨ ਖੁਦਾ ਦੇ ਪੁੱਤਰ ਦੇ ਰੂਪ ਵਿੱਚ ਪ੍ਰਗਟ ਹੋ ਚੁੱਕਾ ਹੈ। ਹੁਣ ਦੱਸੂਗਾ ਕੋਈ ਤੇ ਖੁਦਾ ਦੇ ਪੁੱਤਰ ਦੀ ਸੇਵਕਾਈ ਕਦੋਂ ਸ਼ੁਰੂ ਹੋਈ? 7 ਕਲੀਸਿਆਈ ਕਾਲਾਂ ਦੇ ਵਿੱਚ। ਕਿੰਨੇ ਆਮੀਨ ਆਖਦੇ? ਆਮੀਨ। ਅੱਛਾ, ਖੁਦਾ ਦੇ ਪੁੱਤਰ ਦੀ ਸੇਵਕਾਈ ਹੋ ਚੁੱਕੀ ਹੈ ਕਿ ਹੋਣੀ ਆ? ਹੋ ਚੁੱਕੀ ਹੈ। ਹਾਂਜੀ, ਹਾਂ ਜਾਣਾ ਹੋ ਚੁੱਕੀ ਹੈ। ਹੋ ਚੁੱਕੀ ਹੈ। ਜਦੋਂ ਮਨੁੱਖ ਦੇ ਪੁੱਤਰ ਦੀ ਸੇਵਕਾਈ ਧਰਤੀ ਉੱਤੇ ਹੋਈ, ਉਸ ਤੋਂ ਬਾਅਦ ਵਿੱਚ ਕਿਹੜੀ ਸੇਵਕਾਈ ਸ਼ੁਰੂ ਹੋਈ ਪਈ? ਖੁਦਾ ਦੇ ਪੁੱਤਰ ਦੀ। ਸਮਝ ਆ ਗਈ? ਹੋਏ ਤੇ ਉਹ ਖੁਦਾ ਦੇ ਪੁੱਤਰ ਦੇ ਰੂਪ ਵਿੱਚ ਆਇਆ, ਉਹ ਦਾਊਦ ਦੇ ਪੁੱਤਰ ਦੇ ਰੂਪ ਵਿੱਚ ਆਇਆ, ਉਹ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਆਇਆ। ਉਹ ਭਾਈ, ਉਹ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਕਦੋਂ ਸੀ? ਉਹ ਖੁਦਾ ਦੇ ਪੁੱਤਰ ਦੇ ਰੂਪ ਵਿੱਚ ਕਦੋਂ ਸੀ? ਉਹ ਦਾਊਦ ਦੇ ਪੁੱਤਰ ਦੇ ਰੂਪ ਵਿੱਚ ਕਦੋਂ? ਧਿਆਨ ਚ ਰੱਖਿਓ, ਹੁਣ ਭੁੱਲਿਓ ਨਾ। 7 ਕਲੀਸਿਆਈ ਕਾਲ ਬੀਤ ਚੁੱਕੇ ਨੇ ਜਾਂ ਨਹੀਂ? ਤੇ 7 ਕਲੀਸਿਆ ਕਾਲਾਂ ਦੇ ਦੌਰਾਨ ਕਿਹਦੇ ਪੁੱਤਰ ਦੇ ਰੂਪ ਵਿੱਚ ਪ੍ਰਗਟ ਹੋਇਆ? ਖੁਦਾ ਦੇ ਪੁੱਤਰ ਦੇ ਰੂਪ ਵਿੱਚ ਪ੍ਰਗਟ ਹੋਇਆ। ਬਲੈਕ ਬੋਰਡ ਦਾ ਇੰਤਜ਼ਾਮ ਕਰੋ।
ਆਮੀਨ। ਆਮੀਨ। ਠੀਕ ਹੈ, ਹੁਣ ਕਿਹਦੇ ਰੂਪ ਵਿੱਚ ਪ੍ਰਗਟ ਹੋਇਆ? ਉਹ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਪ੍ਰਗਟ ਹੋਇਆ। ਧਿਆਨ ਨਾਲ ਸੁਣਿਓ। ਔਰ ਸੱਤ ਕਲੀਸਿਆਈ ਕਾਲ ਸ਼ੁਰੂ ਹੋਣ ਤੋਂ ਪਹਿਲਾਂ ਕਿਹਦੇ ਰੂਪ ਵਿੱਚ ਸੀ ਉਹ? ਮਨੁੱਖ ਦੇ ਪੁੱਤਰ ਦੇ ਰੂਪ ਵਿੱਚ। ਠੀਕ ਹੈ, ਸੱਤ ਕਲੀਸਿਆ ਕਾਲਾਂ ਦੇ ਬਾਅਦ ਵਿੱਚ ਕਿਹਦੇ ਰੂਪ ਵਿੱਚ ਪ੍ਰਗਟ ਹੋਇਆ ਉਹ? ਮਨੁੱਖ ਦੇ ਪੁੱਤਰ। ਹਾਲੇਲੂਇਆ। ਹਾਲੇਲੂਇਆ। ਇਹ ਦੋ ਸੇਵਕਾਈਆਂ ਮਨੁੱਖ ਦੇ ਪੁੱਤਰ ਦੀਆਂ ਨੇ, ਜਿਨ੍ਹਾਂ ਦੇ ਵਿਚਾਲੇ ਆਉਂਦੇ ਨੇ ਸੱਤ ਕਲੀਸਿਆਈ। ਆਮੀਨ। ਆਮੀਨ। ਔਰ ਖੁਦਾ ਦੇ ਪੁੱਤਰ ਦੀ ਸੇਵਕਾਈ ਤੋਂ ਪਹਿਲਾਂ, ਖੁਦਾ ਦੇ ਪੁੱਤਰ ਦੀ ਸੇਵਕਾਈ ਤੋਂ ਪਹਿਲਾਂ ਕੀ ਸੀ? ਮਨੁੱਖ ਦੇ ਪੁੱਤਰ ਦੀ ਸੇਵਕਾਈ। ਤੇ ਸੱਤ ਕਲੀਸਿਆਈ ਕਾਲਾਂ ਦੇ ਦੌਰਾਨ ਜਦੋਂ ਇਹ ਖੁਦਾ ਦਾ ਪੁੱਤਰ ਪ੍ਰਗਟ ਹੋਇਆ, ਤੇ ਉਸ ਤੋਂ ਬਾਅਦ ਵਿੱਚ ਕੀ ਹੋਇਆ ਜੀ? ਉਹ ਮਨੁੱਖ ਦਾ ਪੁੱਤਰ ਦੇ ਰੂਪ ਵਿੱਚ। ਆਮੀਨ। ਤਾਂ ਨਬੀ ਨੇ ਆਖਿਆ ਸੱਤ ਕਲੀਸਿਆਈ ਕਾਲ ਮਰ ਚੁੱਕੇ, ਆਮੀਨ। ਬੀਤ ਚੁੱਕੇ, ਮਰ ਚੁੱਕੇ ਨੇ। ਜੀ ਮੇਰੀਓ ਭੈਣੋ, ਮੇਰੇ ਭਰਾਓ, ਅਸੀਂ ਕਿਹੜੀ ਸੇਵਕਾਈ 'ਚ ਰਹਿ ਰਹੇ ਹਾਂ? ਖੁਦਾ ਦੇ ਪੁੱਤਰ ਦੀ ਸੇਵਕਾਈ ਦੇ ਵਿੱਚ। ਜੋ ਸਰ। ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਅਸੀਂ ਖੁਦਾ ਦੇ ਪੁੱਤਰ ਦੀ ਸੇਵਕਾਈ ਦੇ ਰੂਪ ਵਿੱਚ ਨਹੀਂ ਰਹਿ ਰਹੇ ਪਿਆਰਿਓ, ਅਸੀਂ ਮਨੁੱਖ ਦੇ ਪੁੱਤਰ ਦੀ ਸੇਵਕਾਈ ਦੇ ਵਿੱਚ ਰਹਿ ਰਹੇ। ਆਮੀਨ। ਆਮੀਨ। ਇਸ ਲਈ ਅੱਜ ਮਨੁੱਖ ਦੇ ਪੁੱਤਰ ਦੀ ਸੇਵਕਾਈ ਨੂੰ ਪਹਿਚਾਨ। ਦੇਖਿਆ ਕਿ ਕਿਸੇ ਨੂੰ ਇਹ ਚੀਜ਼ ਦਾ ਪਤਾ ਨਹੀਂ, ਤੇ ਕਿੰਨੇ ਹੀ ਹੋਣਗੇ ਜਿਨ੍ਹਾਂ ਨੂੰ ਪਤਾ ਨਹੀਂ। ਆ ਰਹੇ ਨੇ, ਗਾ ਰਹੇ ਨੇ, ਗਾ ਰਹੇ ਨੇ, ਜਾ ਰਹੇ ਨੇ। ਹਾਲੇਲੂਇਆ। ਹਾਲੇਲੂਇਆ। ਚਰਚਾਂ ਦੇ ਵਿੱਚ ਆ ਰਹੇ ਨੇ ਤੇ ਗਾ ਰਹੇ ਨੇ, ਗਾ ਰਹੇ ਨੇ ਤੇ ਜਾ ਰਹੇ ਨੇ, ਆ ਰਹੇ ਨੇ, ਗਾ ਰਹੇ ਨੇ। ਇਹੋ ਚੱਲਦਾ ਚਲਾ ਜਾ ਰਿਹਾ। ਇਸ ਲਈ ਮੇਰੀ ਭੈਣੋ, ਮੇਰੇ ਭਰਾਓ, ਅਸੀਂ ਕ੍ਰੋਸ ਕਰਦੇ ਹਾਂ ਪਹਿਲੀ ਮਨੁੱਖ ਦੇ ਪੁੱਤਰ ਦੀ ਸੇਵਕਾਈ। ਅਸੀਂ ਕ੍ਰੋਸ ਕਰ ਗਏ ਹਾਂ ਖੁਦਾ ਦੇ ਪੁੱਤਰ ਦੀ ਸੇਵਕਾਈ। ਅਸੀਂ ਹੁਣ ਪ੍ਰੈਜ਼ੈਂਟ ਟਾਈਮ ਰਹਿ ਰਹੇ ਹਾਂ। ਹਾਲੇਲੂਇਆ, ਹਾਲੇਲੂਇਆ। ਅਸੀਂ ਹੁਣ ਰਹਿ ਰਹੇ ਹਾਂ ਮਨੁੱਖ ਦੇ ਪੁੱਤਰ ਦੀ ਸੇਵਕਾਈ ਦੇ ਵਿੱਚ। ਇਹ ਨਾ ਕਦੇ ਮੈਂ ਭੁੱਲਿਆ ਤੇ ਨਾ ਕਦੇ ਭੁੱਲਿਓ। ਸ਼ਾਮ ਦੀ ਸਭਾ ਵਿੱਚ ਹੋ ਰਹੇ ਸੀ, ਅੱਗੇ ਖੁਦਾ ਦੀ ਚੌਕੀ ਤੇ ਦੇਖਾਂਗੇ। ਹੁਣ ਵੇਖੋ, ਕਲੀਸਿਆਈ ਯੁੱਗਾਂ ਦੇ ਦੌਰਾਨ ਖੁਦਾ ਦੇ ਪੁੱਤਰ ਦੇ ਰੂਪ ਵਿੱਚ ਪ੍ਰਗਟ ਹੋ ਚੁੱਕਾ ਹੈ, ਕਿਉਂਕਿ ਖੁਦਾ ਆਤਮਾ ਹੈ। ਸੰਸਾਰ ਜਾਣਦਾ ਹੈ ਯਿਸੂ ਖੁਦਾ ਦਾ ਪੁੱਤਰ ਹੈ। ਧਿਆਨ ਸੁਣਿਓ, ਤੁਰੀਆਂ ਦਾ ਪਰਬ। ਹੁਣ ਉਹ ਯਿਸੂ ਮਸੀਹ ਨੂੰ ਖੁਦਾ ਦਾ ਪੁੱਤਰ ਪਹਿਚਾਨਣ ਵਿੱਚ ਫੇਲ ਹੋ ਗਏ। ਉਹ ਲੋਕ ਯਿਸੂ ਮਸੀਹ ਨੂੰ ਖੁਦਾ ਦੇ ਪੁੱਤਰ ਦੇ ਰੂਪ ਵਿੱਚ ਉਹਨੂੰ ਪਹਿਚਾਨਣ ਤੋਂ ਫੇਲ ਹੋ ਗਏ। ਫੇਲ ਹੋ ਗਏ। 18:8 ਲੂਕਾ 18:8। ਜਾਂ ਮਨੁੱਖ ਦਾ ਪੁੱਤਰ ਆਵੇਗਾ, ਪਰ ਜਾਂ ਮਨੁੱਖ ਦਾ ਪੁੱਤਰ ਆਵੇਗਾ, ਮੈਂ ਤੁਹਾਨੂੰ ਆਖਦਾ ਹਾਂ, ਜੋ ਸ਼ਤਾਬੀ ਉਹਨਾਂ ਦਾ ਬਦਲਾ ਲੈ ਦੇਵੇਗਾ। ਹਾਂਜੀ। ਪਰ ਜਦ ਮਨੁੱਖ ਦਾ ਪੁੱਤਰ ਆਵੇਗਾ, ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ? ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ? ਭਈ ਜਿਹੜੇ ਕਿ ਉਹਨੂੰ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਪਹਿਚਾਨ ਲੈਣਗੇ, ਉਹ ਤੇ ਉਹਦੇ ਤੇ ਨਿਹਚਾ ਕਰਨਗੇ। ਕਿੰਨੇ ਆਮੀਨ ਆਖਦੇ? ਆਮੀਨ। ਹਾਲੇਲੂਇਆ। ਹਾਲੇਲੂਇਆ। ਜਿਹੜੇ ਉਹਨੂੰ ਇੱਕ ਇਨਸਾਨ ਇਹਦਾ ਉਹਦਾ ਜਾਣਨਗੇ, ਸਮਝਣਗੇ, ਉਹ ਤੇ ਨਾ ਤੇ ਮਨੁੱਖ ਦੇ ਪੁੱਤਰ ਦੀ ਸੇਵਕਾਈ ਨੂੰ ਪਹਿਚਾਨਣਗੇ, ਤੇ ਨਾ ਹੀ ਮਨੁੱਖ ਦੇ ਪੁੱਤਰ ਦੇ ਉੱਤੇ ਨਿਹਚਾ ਕਰਨਗੇ। ਪਰ ਮੈਂ ਸਵਾਲ ਪਾਇਆ ਨਾ ਯਿਸੂ ਮਸੀਹ ਨੇ, ਜਾਂ ਮਨੁੱਖ ਦਾ ਪੁੱਤਰ ਆਵੇਗਾ ਕਿ ਧਰਤੀ ਉੱਤੇ ਨਿਹਚਾ ਪਾਵੇਗਾ? ਮੈਂ ਕਹਾਂਗਾ ਆਮੀਨ। ਆਮੀਨ। ਭਾਈ ਜਿਹੜੇ ਉਹਨੂੰ ਪਹਿਚਾਨਣਗੇ, ਠੀਕ ਹੈ, ਭਾਵੇਂ ਪਹਿਚਾਨਣ ਵਾਲੇ ਥੋੜੇ ਜਿਹੇ ਕਿਉਂ ਨਾ। ਉਦੋਂ ਯਿਸੂ ਮਸੀਹ ਨੂੰ ਮਨੁੱਖ ਦੇ ਪੁੱਤਰ ਨੂੰ ਪਹਿਚਾਨਣ ਵਾਲੇ ਕਿੰਨੇ ਕੁ ਸੀਗੇ? ਥੋੜੇ ਜਿਹੇ, ਥੋੜੇ ਜਿਹੇ, ਹਜ਼ਾਰਾਂ, ਹਾਂਜੀ, ਹਜ਼ਾਰਾਂ ਦੀ ਦਤਾਰ ਦੇ ਵਿੱਚੋਂ ਥੋੜੇ ਜਿਹੇ। ਅੱਜ ਵੀ ਹਜ਼ਾਰਾਂ ਦੀ ਦਤਾਰ ਦੇ ਵਿੱਚੋਂ ਥੋੜੇ ਜਿਹੇ ਜਿਹੜੇ ਮਨੁੱਖ ਦੇ ਪੁੱਤਰ ਦੀ ਸੇਵਕਾਈ ਨੂੰ ਪਹਿਚਾਨ। ਅਗਲਾ ਹਿੱਸਾ ਇਹਦਾ ਸ਼ਾਮ ਨੂੰ ਦੇਖਾਂ। ਆਓ ਅੱਖਾਂ ਨੂੰ ਬੰਦ ਕਰਦੇ ਹਾਂ, ਸਿਰਾਂ ਨੂੰ ਝੁਕਾਉਂਦੇ ਹਾਂ, ਦੁਆ ਕਰਦੇ ਹਾਂ।
ਭਾਈ ਜੋਗਾ ਦੁਆ ਦੇ ਵਿੱਚ ਅਗਵਾਈ ਕਰ। ਸਾਡੇ ਮਿਹਰਬਾਨ ਸਵਰਗੀ ਪਿਤਾ ਪ੍ਰਭੂ ਯਿਸੂ ਮਸੀਹ ਤੇਰਾ ਸ਼ੁਕਰ ਧੰਨਵਾਦ ਵਡਿਆਈ ਮਹਿਮਾ ਪ੍ਰਭੂ ਖੁਦਾਵੰਦ ਸਾਨੂੰ ਸੁਣਿਆ ਮਨੁੱਖ ਦੇ ਪੁੱਤਰ ਦੀ ਸੇਵਾ ਕਰਦਾ ਹੈ ਉਹਦੇ ਤੇ ਨਿਸ਼ਚਾ ਸਾਡੀ ਲੋੜ ਹੈ। ਪ੍ਰਭੂ ਦਾ ਤੂੰ ਫੇਰ